ਪੰਜਾਬ ਵਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮੇਘਾ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਸਵਾਗਤ ਕਰਦੀ ਹਾਂ। ਅਕਸਰ ਅਸੀਂ ਖੁਸ਼ ਰਹਿਣ ਦੀਆਂ ਗੱਲਾਂ ਜ਼ਰੂਰ ਕਰਦੇ ਹਾਂ, ਅਸੀਂ ਖੁਸ਼ ਰਹਿਣ ਦੀ ਕੋਸ਼ਿਸ਼ ਵੀ ਜ਼ਰੂਰ ਕਰਦੇ ਹਾਂ, ਪਰ ਅਸੀਂ ਛੋਟੇ ਬੱਚਿਆਂ ਨੂੰ ਭੁੱਲ ਜਾਂਦੇ ਹਾਂ ਕਿ ਅਸੀਂ ਆਪ ਵੀ ਖੁਸ਼ ਰਹੀਏ ਤੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਟ੍ਰੇਨਡ ਕਰੀਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣ। ਗਲਤੀ ਕਿੱਥੇ ਹੁੰਦੀ ਹੈ? ਗਲਤੀ ਇੱਥੇ ਹੁੰਦੀ ਹੈ ਕਿ ਅਸੀਂ ਚਾਈਲਡ ਸਾਈਕੋਲੋਜੀ ਨੂੰ ਨਹੀਂ ਸਮਝ ਪਾਉਂਦੇ, ਬੱਚੇ ਕੀ ਮਹਿਸੂਸ ਕਰ ਰਹੇ ਨੇ ਅਸੀਂ ਨਹੀਂ ਸਮਝ ਪਾਉਂਦੇ। ਤੇ ਇਸੇ ਅਹਿਮ ਵਿਸ਼ੇ ਤੇ ਅੱਜ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਚਰਚਾ ਕਰਾਂਗੇ ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਮੌਜੂਦ ਨੇ ਰੋਹਨ ਦੱਤਾ ਜੀ। ਰੋਹਨ ਦੱਤਾ ਜੀ ਬਾਰੇ ਤੁਹਾਨੂੰ ਮੈਂ ਦੱਸਦਾ ਕਿ ਇੰਟਰਨੈਸ਼ਨਲ ਲਾਈਫ ਸਕਿੱਲ ਪਰਸਨੈਲਿਟੀ ਡਿਵੈਲਪਮੈਂਟ ਕੋਚ ਨੇ। ਲਗਭਗ 10,000 ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ ਟ੍ਰੇਨਡ ਕਰ ਚੁੱਕੇ ਨੇ। ਡਾਕਟਰਸ ਨੂੰ ਟ੍ਰੇਨਿੰਗ ਦਿੰਦੇ ਨੇ, ਸਟੂਡੈਂਟਸ ਤੇ ਟੀਚਰਸ ਨੂੰ ਟ੍ਰੇਨਿੰਗ ਦਿੰਦੇ ਨੇ, ਪ੍ਰਿੰਸੀਪਲਸ ਨੂੰ ਟ੍ਰੇਨਿੰਗ ਦਿੰਦੇ ਨੇ। ਤੇ ਅੱਜ ਸਟੂਡੀਓ ਦੇ ਵਿੱਚ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਥੈਂਕ ਯੂ ਵੈਰੀ ਮੱਚ। ਮੈਂ ਆਪਣੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੂੰਗਾ ਤੇ ਨਾਲ ਮੈਂ ਧੰਨਵਾਦੀ ਹਾਂ ਜੀ ਪੰਜਾਬ ਵਨ ਟੀਵੀ ਦਾ, ਜਿਹਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਜੋ ਕੁਝ ਵੀ ਮੈਂ ਆਪਣੀ ਛੋਟੀ ਜਿਹੀ ਜ਼ਿੰਦਗੀ ਤੋਂ ਸਿੱਖਿਆ ਹੈਗਾ ਉਹ ਤੁਹਾਡੇ ਨਾਲ ਸਾਂਝਾ ਕਰ ਸਕਿਆ। ਤੇ ਸ਼ਾਇਦ ਅਗਰ ਇੱਕ ਅੱਧਾ ਵੀ ਬੰਦਾ ਉਹਦਾ ਫਾਇਦਾ ਚੱਕ ਜਾਏ ਤੇ ਮੈਂ ਆਪਣੇ ਆਪ ਨੂੰ ਸਫਲ ਸਮਝੂੰਗਾ ਜੀ। ਬਹੁਤ ਤੁਹਾਡਾ ਸ਼ੁਕਰੀਆ ਰੋਹਨ ਜੀ। ਤੁਹਾਡੇ ਇੰਟਰੋਡਕਸ਼ਨ ਦੇ ਵਿੱਚ ਦੱਸਣ ਲਈ ਬਹੁਤ ਸਾਰੀਆਂ ਚੀਜ਼ਾਂ ਨੇ, ਮੈਂ ਹਾਲੇ ਬਹੁਤ ਘੱਟ ਦੱਸਿਆ ਹੈ, ਪਰ ਖੈਰ ਗੱਲਬਾਤ ਅੱਗੇ ਵਧਾਉਂਦੇ ਹਾਂ। ਤੇ ਚਾਈਲਡ ਸਾਈਕੋਲੋਜੀ ਹੈ ਨਾ, ਇਸ ਅਹਿਮ ਵਿਸ਼ੇ ਤੇ ਅਸੀਂ ਗੱਲਬਾਤ ਅੱਜ ਅਸੀਂ ਕਰਨੀ ਹੈ। ਤੇ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਜੇ ਛੋਟਾ ਬੱਚਾ ਹੈ, ਮੰਨ ਲਓ ਇੱਕ ਬੱਚਾ ਜਿਹਦਾ ਪਹਿਲਾ ਸਕੂਲ ਉਹਦਾ ਘਰ ਹੈ, ਉਹਦੀ ਪਹਿਲੀ ਟੀਚਰ ਉਹਦੀ ਮੰਮੀ ਹੈ, ਉਹਦੇ ਤੋਂ ਬਹੁਤ ਕੁਝ ਸਿੱਖਦਾ ਹੈ। ਪਰ ਜਦੋਂ ਉਹ 3 ਸਾਲ ਦਾ ਹੁੰਦਾ ਹੈ ਜਾਂ 4 ਸਾਲ ਦਾ ਹੁੰਦਾ ਹੈ, ਉਸੇ ਵੇਲੇ ਤੋਂ ਹੀ ਉਹਦੇ ਵਿਚਾਰ ਜਿਹੜੇ ਹੈ ਉਹਦੇ ਤੇ ਹਾਵੀ ਹੁੰਦੇ, ਮਤਲਬ ਉਸੇ ਵੇਲੇ ਤੋਂ ਲੋੜ ਹੁੰਦੀ ਹੈ ਚਾਈਲਡ ਸਾਈਕੋਲੋਜੀ ਨੂੰ ਸਮਝਣ ਦੀ। ਮੈਮ ਤੁਸੀਂ ਬਿਲਕੁਲ ਬਹੁਤ ਇੱਕ ਅਹਿਮ ਸਵਾਲ ਚੱਕਿਆ ਹੈਗਾ। ਔਰ ਇਹ ਸਾਡੇ ਮਤਲਬ ਕਿ ਮੈਂ ਜੇ ਸਮਾਜ ਦੀ ਗੱਲ ਕਰਾਂ, ਆਲ ਓਵਰ ਮੈਂ ਪੰਜਾਬੀਅਤ ਦੀ ਗੱਲ ਕਰਦਾ, ਇਹ ਅਸੀਂ ਇਸ ਵਾਲੇ ਪਾਸੇ ਐਜੂਕੇਟਿਡ ਸੀਗੇ। ਇਹ ਬਹੁਤ ਇੰਪੋਰਟੈਂਟ ਗੱਲ ਕਰ ਰਿਹਾ ਕਿ ਜਿਹੜੇ ਮੇਰੀ ਮਾਤਾ ਸੀਗੇ, ਮੇਰੇ ਦਾਦੀ ਸੀਗੇ, ਇਹ ਲੋਕ ਇਸ ਟਾਈਮ ਤੇ ਐਜੂਕੇਟਿਡ ਸੀਗੇ। ਬਟ ਜਿਹੜੀ ਹੁਣ ਦੀ ਜਨਰੇਸ਼ਨ ਆ, ਮੇਰੀ ਜਨਰੇਸ਼ਨ ਜਾਂ ਗਾਂ ਵਾਲੀ ਜਨਰੇਸ਼ਨ ਆ, ਇਹ ਉਹ ਪੇਰੈਂਟਿੰਗ ਔਰ ਉਹ ਸਾਈਕੋਲੋਜੀਕਲ ਮੈਥਡ ਤੋਂ ਦੂਰ ਭੱਜਦੀ ਜਾ ਰਹੀ ਹੈ। ਸੋ ਅਸੀਂ ਪਹਿਲੇ ਗੱਲ ਇਹ ਸਮਝੀਏ ਕਿ ਚਾਈਲਡ ਹੁੰਦਾ ਕੀ ਆ। ਸੋ ਇਸ ਤਰੀਕੇ ਨਾਲ ਫਿਰ ਮੈਂ ਥੋੜਾ ਜਿਹਾ ਆਪਾਂ ਗੱਲ ਕਰਦੇ ਹਾਂ। ਜ਼ਰੂਰ ਜੀ। ਬੱਚਾ ਜਿੱਦਾਂ ਤੁਸੀਂ ਗੱਲ ਕਰੋ ਕਿ ਬੱਚਾ, ਆਪਾਂ ਚਲੋ ਇਸ ਲੈਵਲ ਤੇ ਆਉਂਦੇ ਹਾਂ ਜਿੱਦਾਂ ਮੇਰੇ ਕੋਲ ਪੇਰੈਂਟਸ ਆਉਂਦੇ ਆ ਬਹੁਤ ਸਾਰੇ ਕਿ ਇਹ ਗੱਲ ਨਹੀਂ ਸੁਣਦਾ, ਇਹਦੇ ਵਿੱਚ ਟੈਂਪਰ ਯਾਨੀ ਕਿ ਗੁੱਸਾ ਬਹੁਤ ਵੱਧਦਾ ਜਾ ਰਿਹਾ ਆ, ਇਹ ਨਾਮ ਕੀ ਪੜ੍ਹਾਈ ਵੱਲ ਇਹਦਾ ਇੰਟਰਸਟ ਨਹੀਂ ਹੈਗਾ ਆ, ਇਹ ਰਿਸਪੈਕਟਫੁਲ ਹੈ ਨਹੀਂ, ਯੂ ਨੋ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਆ। ਤੋ ਅਸੀਂ ਪਹਿਲੇ ਗੱਲ ਕਰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਕਿਉਂ ਹੁੰਦੀਆਂ। ਸੋ ਅਗਰ ਆਪਾਂ ਗੱਲ ਕਰੀਏ ਦੋਸਤੋ ਸਰੋਤਿਓ, ਤੇ ਬੱਚਾ ਇੱਕ ਬਲੈਂਕ ਪੇਪਰ ਆ, ਯਾਨੀ ਕਿ ਇੱਕ ਸਫਾ ਹੈਗਾ ਜਿਹਦੇ ਉੱਤੇ ਕੁਛ ਨਹੀਂ, ਕੋਰਾ ਕਾਗਜ਼ ਹੈਗਾ, ਬਿਲਕੁਲ ਰਾਈਟ ਵਰਡ। ਸੋ ਕੋਰਾ ਕਾਗਜ਼ ਹੈਗਾ ਜਿਹਦੇ ਉੱਤੇ ਕੁਛ ਨਹੀਂ ਲਿਖਿਆ ਹੈਗਾ। ਹੁਣ ਇੱਕ ਪੇਰੈਂਟ ਹੋਣ ਦੇ ਨਾਤੇ, ਇੱਕ ਪਿਤਾ ਮਾਤਾ ਹੋਣ ਦੇ ਨਾਤੇ, ਇੱਕ ਦਾਦੀ ਹੋਣ ਦੇ ਨਾਤੇ, ਇੱਕ ਭਰਾ ਹੋਣ ਦੇ ਨਾਤੇ ਸਾਡੀ ਰਿਸਪੌਂਸਿਬਿਲਿਟੀ ਉਹ ਕੋਰੇ ਕਾਗਜ਼ ਉੱਤੇ ਬਹੁਤ ਵੱਧ ਜਾਂਦੀ ਹੈ ਮੈਡਮ ਜੀ। ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ, ਉਹਦੀ ਜਿਹੜੀ ਲਰਨਿੰਗ ਹੁੰਦੀ ਆ, ਲਰਨਿੰਗ ਸਟਾਈਲ ਜਿਹੜੀ ਹੁੰਦੀ ਆ, ਉਹ ਸਭ ਨਾਲ ਜ਼ਿਆਦਾ ਐਕਟੀਵੇਟਿਡ ਹੁੰਦੀ ਹੈ, ਉਹ ਹੁੰਦੀ ਹੈ ਆਬਜ਼ਰਵੇਸ਼ਨ। ਉਹ ਸਾਰੀਆਂ ਚੀਜ਼ਾਂ ਆਬਜ਼ਰਵ ਕਰਕੇ ਸਿੱਖਣਾ ਸ਼ੁਰੂ ਕਰਦਾ ਹੈ। ਜਿੱਦਾਂ ਕਿ ਸਾਡੀ ਪੁਰਾਣ ਤਾਂ ਇੱਕ ਮਹਾਭਾਰਤ 'ਚ ਸੀਗਾ ਕਿ ਅਭਿਮਨਿਊ ਨੇ ਮਾਂ ਦੇ ਢਿੱਡ 'ਚ ਹੀ ਸਿੱਖ ਲਿਆ ਸੀਗਾ ਉਹ ਚੱਕਰਵਿਊਹ 'ਚ ਜਾਣਾ। ਸੋ ਕਿੱਦਾਂ ਸੀਗਾ ਉਹ ਆਬਜ਼ਰਵੇਸ਼ਨ ਸੀਗੀ, ਠੀਕ ਹੈ। ਸੋ ਆਬਜ਼ਰਵੇਸ਼ਨ ਹੁੰਦੀ ਹੈ। ਸੋ ਜੇ ਤੁਸੀਂ ਆਪਦੇ ਬੱਚੇ ਨੂੰ, ਆਪਦੇ ਲਾਈਫ ਦੇ ਇੰਨੇ ਇੰਪੋਰਟੈਂਟ ਪਾਰਟ ਨੂੰ ਅਗਰ ਉਹ ਤੁਸੀਂ ਚਾਹੁੰਦੇ ਹੋ ਸੱਭਿਆਚਾਰਕ ਹੋਵੇ, ਰਿਸਪੈਕਟਫੁਲ ਹੋਵੇ, ਕਾਮਯਾਬ ਹੋਵੇ, ਤਾਂ ਤੁਹਾਨੂੰ ਆਪਣੇ ਐਕਸ਼ਨਸ, ਤੁਹਾਡੇ ਆਪਣੇ ਐਕਸ਼ਨਸ ਕੀ ਆ, ਉਹ ਬਹੁਤ ਇੰਪੋਰਟੈਂਟ ਆ ਧਿਆਨ ਰੱਖਣਾ। ਮੇਰੇ ਕੋ ਬਹੁਤ ਸਾਰੇ ਪੇਰੈਂਟਸ ਆਉਂਦੇ ਆ, ਇਹੀ ਸਾਰੀਆਂ ਗੱਲਾਂ ਕਰਦੇ ਆ। ਸੋ ਮੈਨੂੰ ਪੁੱਛਦੇ ਆ ਜੀ ਇਹ ਦਾਦਾ ਦਾਦੀ ਨੂੰ ਪੈਰੀ ਹੱਥ ਨਹੀਂ ਲਾਉਂਦਾ, ਠੀਕ ਹੈ, ਇਹ ਟੀਵੀ ਬਹੁਤ ਦੇਖਦਾ ਆ, ਇਹ ਮੋਬਾਈਲ ਫੜਨ ਲੱਗ ਪਿਆ ਆ ਜੀ। ਸੋ ਮੇਰੇ ਕਹਿਣ ਦਾ ਤੁਹਾਨੂੰ ਇਹ ਸਾਰੀਆਂ ਗੱਲਾਂ ਬਾਰ-ਬਾਰ ਮੈਂ ਇਸ ਲਈ ਛੇੜ ਰਿਹਾ ਕਿ ਉਹ ਕੀ ਚੀਜ਼ ਕਰ ਰਿਹਾ, ਉਹ ਤੁਹਾਨੂੰ ਅਬਜ਼ਰਵ ਕਰ ਰਿਹਾ। ਜੇ ਤੁਸੀਂ ਉਹ ਚਾਹੁੰਦੇ ਹੋ ਕਿ ਉਹ ਦਾਦਾ ਦਾਦੀ ਦੇ ਪੈਰੀ ਹੱਥ ਲਾਵੇ, ਤੇ ਪਹਿਲੇ ਤੁਸੀਂ ਲਾਣੇ ਸ਼ੁਰੂ ਕਰੋ, ਉਹਨੇ ਅਬਜ਼ਰਵ ਕਰਕੇ ਆਪੇ ਹੀ ਸਿੱਖ ਜਾਣਾ। ਜੇ ਤੁਸੀਂ ਚਾਹੁੰਦੇ ਹੋ ਕੋਈ ਟਾਈਮ ਸਿਰ ਉੱਠੇ, ਤੇ ਤੁਸੀਂ ਅਗਰ ਟਾਈਮ ਸਿਰ ਉੱਠ ਰਹੇ ਹੋ, ਉਹਨੇ ਆਬਜ਼ਰਵ ਕਰਕੇ ਆਪੇ ਸਿੱਖ ਜਾਣਾ। ਜੇ ਹੁਣ ਇਹ ਬੜੀ ਪ੍ਰੋਬਲਮ ਆਉਂਦੀ ਹੈ ਅੱਜ ਕੱਲ੍ਹ ਦੇ, ਇਹ ਬਹੁਤ ਵੱਡਾ ਵਿਸ਼ੇ ਬਣ ਗਿਆ ਕਿ ਮੇਰਾ ਬੱਚਾ ਅੰਗਰੇਜ਼ੀ ਬੋਲਣਾ ਚਾਹੀਦਾ, ਰਾਈਟ। ਇਹ ਬਹੁਤ ਵੱਡਾ, ਪੇਰੈਂਟਸ ਮਤਲਬ ਘਬਰਾਏ ਫਿਰਦੇ ਨੇ ਇਸ ਗੱਲ ਨੂੰ ਲੈ ਕੇ। ਤੇ ਤੁਸੀਂ ਅਗਰ ਅੰਗਰੇਜ਼ੀ ਆਪਣੇ ਘਰ ਦੇ ਵਿੱਚ
ਮਾਤਾ ਪਿਤਾ ਨਾਲ ਆਪਣੇ ਪਰਿਵਾਰ ਵਿੱਚ ਬੋਲਣਾ ਸ਼ੁਰੂ, ਬੱਚਾ ਪਿਕਅਪ ਕਰਨਾ ਸ਼ੁਰੂ ਕਰ ਦੇਗਾ। ਮੈਂ ਪੰਜਾਬੀ ਬੋਲਣ ਡਿਆ ਘਰੇ ਤੇ ਮੈਨੂੰ ਬੱਚਾ ਚਾਹੀਦਾ ਅੰਗਰੇਜ਼ ਦਾ, ਤੇ ਇਦਾਂ ਹੋਣਾ ਨਹੀਂ ਜੀ। ਤੇ ਆਪਾਂ ਆਪਣੇ ਆਪ ਨੂੰ ਇੱਥੇ ਬਦਲਣਾ ਪੈਣਾ। ਬਿਲਕੁਲ। ਤੇ ਇੱਕ ਗੱਲ ਤੁਸੀਂ ਰੋਹਨ ਜੀ ਬੜੀ ਵਿੱਚ ਕੀਤੀ ਕਿ ਪੇਰੈਂਟਸ ਤੁਹਾਡੇ ਕੋਲ ਆਉਂਦੇ ਨੇ ਕਿ ਸਾਡੇ ਬੱਚਿਆਂ ਨੂੰ ਗੁੱਸਾ ਬਹੁਤ ਆ ਰਿਹਾ ਹੈ ਨਾ। ਇਹ ਸਵਾਲ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਕਿਉਂ ਇਹ ਮਤਲਬ ਇੱਕ ਬਦਲਾਵ, ਚੇਂਜ ਇਦਾਂ ਦਾ ਕਿਉਂ ਆਇਆ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਇੰਨੇ ਅਗਰੈਸਿਵ ਕਿਉਂ ਹੋ ਜਾਂਦੇ, ਗੁੱਸਾ ਕਿਉਂ ਇੰਨਾ ਆਉਂਦਾ? ਬਿਲਕੁਲ ਮੈਮ, ਇਹ ਬਹੁਤ ਔਰ ਇਹ ਮੈਂ ਜਿੰਨੇ ਵੀ ਮੇਰੇ ਸਰੋਤੇ ਸੁਣ ਰਹੇ ਨੇ, ਪੇਰੈਂਟਸ ਹੈਗੇ ਨੇ, ਇਹ ਮਤਲਬ ਇਹਦੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਤੁਹਾਨੂੰ ਕਿਸੇ ਡਾਕਟਰ ਕੋਲ ਜਾਣਾ ਪਵੇ ਜਾਂ ਕੁਝ ਜਾਣਾ ਪਵੇ। ਪਹਿਲੀ ਗੱਲ ਤਾਂ ਮੈਂ ਕਲੀਅਰ ਕਰਦਾ, ਕਿਉਂਕਿ ਇਹ ਸਿੰਪਟਮ ਐਗਰੈਸਿਵਨੈਸ ਦਾ 99% ਬੱਚਿਆਂ ਨੂੰ ਹੈਗਾ। ਹੁਣ ਤੁਹਾਡਾ ਸਵਾਲ ਸੀਗਾ ਕਿ ਇਹ ਕਿਉਂ ਹੁੰਦਾ? ਇਹਦਾ ਹੁਣ ਥੋੜਾ ਜਿਹਾ ਤੁਹਾਨੂੰ ਮੈਂ ਪਿੱਛੇ ਲੈ ਕੇ ਜਾਊਂਗਾ। ਜਿੱਦਾਂ ਹੁਣ ਮੈਂ ਪਲਿਆ ਵੱਡਾ ਹੋਇਆ ਇੱਕ ਪਿੰਡ ਦੇ ਵਿੱਚ, ਠੀਕ ਹੈ। ਗਲੀਆਂ ਦੇ ਵਿੱਚ ਅਸੀਂ ਭੱਜਦੇ ਸੀਗੇ, ਕਿਸੇ ਦੀ ਘੰਟੀ ਵਜਾਤੀ, ਸਾਈਕਲ ਚੱਕਿਆ, ਸਾਰਾ ਦਿਨ ਨਿਕਲੇ ਹੋਏ ਆ, ਕਦੀ ਕਿਤੇ ਸੰਤਰੇ ਬਾਗ 'ਚ ਤੋੜਨ ਚਲੇ ਗਏ, ਠੀਕ ਹੈ, ਕੁਛ ਗੇਮ ਖੇਡ ਰਹੇ ਆ। ਸੋ ਹੁਣ ਦਾ ਮਾਹੌਲ ਦੇਖੋ ਤੁਸੀਂ। ਮੈਂ ਥੋੜਾ ਜਿਹਾ ਕੰਪੈਰੀਜ਼ਨ ਕਰਨਾ ਚਾਹੁੰਦਾ। ਜਿਹੜੀ ਬੱਚਾ ਜਦੋਂ ਪਹਿਲੇ ਟਾਈਮ ਤੇ ਵੱਡਾ ਹੁੰਦਾ ਸੀਗਾ, ਉਹਦੀ ਲਾਈਫ ਦੇ ਵਿੱਚ ਫਿਜ਼ੀਕੈਲਿਟੀ ਬਹੁਤ ਹੁੰਦੀ ਸੀ, ਯਾਨੀ ਕਿ ਫਿਜ਼ੀਕਲ ਐਕਸਰਸਾਈਜ਼ਸ ਬਹੁਤ ਹੁੰਦੀਆਂ ਸੀਗੀਆਂ ਜੀ। ਹੁਣ ਕੀ ਹੋ ਗਿਆ, ਅੱਜ ਕੱਲ੍ਹ ਦੇ ਜ਼ਮਾਨੇ ਸਪੈਸ਼ਲੀ ਇਹ ਬਹੁਤ ਜ਼ਿਆਦਾ ਟ੍ਰੈਂਡ ਹਾਈ ਐਗਰੈਸਿਵਨੈਸ ਹਾਈ ਚੱਲਿਆ ਗਿਆ ਆ ਪੈਂਡੇਮਿਕ ਤੋਂ ਬਾਅਦ, ਜਦੋਂ ਲੋਕਡਾਊਨ ਰਿਹਾ ਆ ਜੀ, ਕਿ ਬੱਚਾ ਸਟੈਟਿਕ ਲਾਈਫ ਉਹਦੀ ਸਟੈਟਿਕ ਹੋ ਗਈ ਆ। ਰਹਿ ਕੀ ਗਿਆ ਖੇਡਣ ਨੂੰ? ਜਾਂ ਪਲੇ ਸਟੇਸ਼ਨ ਰਹਿ ਗਿਆ, ਜਾਂ ਕੰਪਿਊਟਰਸ ਰਹਿ ਗਿਆ, ਜਾਂ ਮੋਬਾਈਲ ਰਹਿ ਗਿਆ। ਸੋ ਉਹਦੇ ਨਾਲ ਕੀ ਹੋਇਆ, ਹੁਣ ਇਹਨੂੰ ਥੋੜਾ ਜਿਹਾ ਹੋਰ ਡੀਪਲੀ ਜਾ ਕੇ ਸਮਝਦੇ ਹਾਂ ਕਿ ਇੱਕ ਆ ਬੋਡੀ ਆ ਜੀ, ਇਹਦੇ ਉੱਤੋਂ ਮੈਂ ਉਹਦੇ ਵਿੱਚ ਖਾਣਾ ਖਾ ਰਿਹਾ, એનર્ਜੀ ਜਾ ਰਹੀ ਆ, ਮੈਂ ਦੁੱਧ ਪੀ ਰਿਹਾ, ਉਹਦੇ ਨਾਲ ਸਾਰਾ ਕੁਝ ਮਿਨਰਲਸ, ਕਾਰਬੋਹਾਈਡਰੇਟ ਸਭ ਕੁਝ ਜਾ ਰਿਹਾ, ਉਹ ਸਟੋਰ ਹੋਈ ਜਾ ਰਿਹਾ। ਉਹ ਹੁਣ ਨਿਕਲੇ ਕਿੱਥੇ? ਇਹਦੇ ਵਿੱਚ ਬੱਚੇ ਦੀ ਗਲਤੀ ਨਹੀਂ ਆ, ਉਹ ਕਿਸ ਪਾਸੇ એનર્ਜੀ ਨਿਕਲੇ। ਫਿਰ ਉਹ એનર્ਜੀ ਪੇਰੈਂਟਸ ਸਰੋਤਿਓ ਮੈਮ, ਉਹ ਨਿਕਲਦੀ ਆ ਬਰਸਟ ਐਂਗਰ ਦੇ ਵਿੱਚ, ਕਿਉਂਕਿ ਬਾਡੀ ਉਹਨੂੰ ਸਾਂਭ ਹੀ ਨਹੀਂ ਪਾਉਂਦੀ। ਇਹੀ ਅਗਰ ਉਹ ਕੋਈ ਗੇਮ ਖੇਡ ਰਿਹਾ, ਕੋਈ ਹਾਕੀ ਵਾਲੇ ਪਾਸੇ ਆ, ਕੋਈ ਫੁੱਟਬਾਲ ਪਾਸੇ ਆ, ਜਿਮਿੰਗ ਕਰ ਰਿਹਾ, ਜਾਂ ਉੱਦਾਂ ਹੀ ਕੋਈ ਫਿਜ਼ੀਕਲ ਐਕਸਰਸਾਈਜ਼ ਕਰ ਰਿਹਾ, ਤੇ ਉਹ ਸਾਰੀ એનર્ਜੀ ਵੈਂਟ ਆਊਟ ਹੋ ਜਾਊਗੀ, ਔਰ ਉਹ એનર્ਜੀ ਸਟੋਰ ਨਹੀਂ ਹੋਊਗੀ, ਉਹ ਨੈਗੇਟਿਵ ਵਾਲੇ ਪਾਸੇ ਨਹੀਂ ਜਾਊਗੀ। ਤੇ ਇਸ ਔਰ ਪ੍ਰੋਬਲਮ ਮੈਮ ਹੁਣ ਇਹ ਆ ਗਈ ਆ ਕਿ ਬੱਚਿਆਂ ਨੂੰ ਆਪਾਂ ਇਸ ਪਾਸੇ ਲਾ ਨਹੀਂ ਰਹੇ। ਤੇ ਇੱਕ ਤਾਂ ਹੁੰਦੀ ਐਗਰੈਸਿਵ એનર્ਜੀ, ਹੁਣ ਉਹ ਦੂਜੀ એનર્ਜੀ ਜਿਹੜੀ ਬਣ ਰਹੀ ਆ ਉਹਨੂੰ ਕਹਿੰਦੇ ਆ ਡਿਸਟਰਕਟਿਵ એનર્ਜੀ। ਸੋ ਪਲੀਜ਼ ਅਗਰ ਤੁਸੀਂ ਇਹਦੇ ਉੱਤੇ ਥੋੜਾ ਜਿਹਾ ਪੇਰੈਂਟਸ ਧਿਆਨ ਦਿਓ, ਕਿਉਂਕਿ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਆ, ਔਰ ਇਸ ਜਨਰੇਸ਼ਨ ਨੇ ਹੀ ਗਾਂ ਜਾ ਕੇ ਆਪਣੀ ਲਾਈਫ ਨੂੰ, ਆਪਣੇ ਆਪ ਨੂੰ ਸਾਂਭਣਾ, ਸਾਡੇ ਦੇਸ਼ ਨੂੰ ਸਾਂਭਣਾ, ਨੇਸ਼ਨ ਨੂੰ ਸਾਂਭਣਾ, ਤੁਹਾਨੂੰ ਸਾਂਭਣਾ। ਤਾਂ ਥੋੜਾ ਜਿਹਾ ਸਪੋਰਟਸ ਦੇ ਉੱਤੇ ਧਿਆਨ, ਫਿਜ਼ੀਕੈਲਿਟੀ ਉੱਤੇ ਦੇਣਾ ਪਏਗਾ। ਰੋਹਨ ਜੀ, ਜਿੱਦਾਂ ਕਈ ਬੱਚੇ ਤੁਹਾਡੇ ਕੋਲ ਆਉਂਦੇ ਹੋਣਗੇ, ਉਹਨਾਂ ਦੇ ਪੇਰੈਂਟਸ ਆਉਂਦੇ ਹੋਣਗੇ, ਤੁਸੀਂ ਉਹਨਾਂ ਨੂੰ ਜਦੋਂ ਇਹ ਗੱਲ ਕਹਿੰਦੇ ਹੋ ਤਾਂ ਉਹ ਸ਼ਾਇਦ ਇਹ ਕਹਿੰਦੇ ਹੋਣਗੇ ਕਿ ਇਹ ਟਿਕ ਕੇ ਨਹੀਂ ਬੈਠਦਾ, ਅਸੀਂ ਇਹਨੂੰ ਟਿਕਾਉਣ ਲਈ ਇਹਨੂੰ ਮੋਬਾਈਲ ਦੇ ਦਿੰਦੇ ਆ ਜਾਂ ਫਿਰ ਇਹਨੂੰ ਟੈਬਲੇਟ ਦੇ ਦਿੰਦੇ ਆ ਕਿ ਇਹ ਟਿਕ ਕੇ ਘੱਟੋ ਘੱਟ ਬੈਠ ਜਾਏ, ਹੈ ਨਾ। ਇਸ ਪ੍ਰੋਬਲਮ ਦਾ ਕੀ ਸੋਲੂਸ਼ਨ ਹੈ? ਮੈਮ ਦੇਖੀਏ, ਇਹ ਪ੍ਰੋਬਲਮ ਜਿਹੜੀ ਕ੍ਰੀਏਟ ਕੀਤੀ ਹੁਣ ਇਸੇ ਜਿਹੜੀ ਤੁਸੀਂ ਗੱਲ ਕੀਤੀ, ਇਹਦੇ ਵਿੱਚ ਇੱਕ ਪ੍ਰੋਬਲਮ ਜੀ ਪੇਰੈਂਟ ਦਾ ਵੇ ਆਫ ਵਰਕਿੰਗ, ਸਮਾਰਟ ਪੇਰੈਂਟਿੰਗ। ਹੁਣ ਉਹਨੇ ਕੀ ਕਿਹਾ ਕਿ ਜਿੱਦਾਂ ਤੁਸੀਂ ਕਿਹਾ ਕਿ ਟਿਕ ਕੇ ਨਹੀਂ ਬੈਠਦਾ, ਤਾਂ ਟਿਕਾਉਣ ਲਈ ਅਸੀਂ ਕੀ ਕੀਤਾ, ਉਹਦੇ ਹੱਥ 'ਚ ਗੈਜਟ ਦੇ ਦਿੱਤਾ ਜੀ। ਤੇ ਪਹਿਲੇ ਆਪਾਂ ਕੀ ਕੀਤਾ, ਉਹਨੂੰ ਗਲਤ ਪਾਸੇ ਲਾਤਾ, ਠੀਕ ਹੈ। ਹੁਣ ਉਹਨੂੰ ਦੇਤੀ ਕੀ, ਸਟੈਟਿਕ ਲਾਈਫ। ਪ੍ਰੋਬਲਮ ਇੱਥੇ ਆ ਰਹੀ ਆ, ਇਹ ਬੱਚੇ ਦੀ ਪ੍ਰੋਬਲਮ ਨਹੀਂ ਹੈ ਕਿ ਇਹ ਟਿਕ ਕੇ ਨਹੀਂ ਬੈਠਦਾ, ਪ੍ਰੋਬਲਮ ਇਹ ਆ ਕਿ ਮਾਤਾ ਦੀ ਤੇ ਪਿਤਾ ਦੀ ਪੇਸ਼ੈਂਸ ਖਤਮ ਹੋ ਗਈ ਹੈ। ਮੈਨੂੰ ਦੱਸੋ, ਤੁਹਾਡੇ ਟਾਈਮ ਤੇ ਜਾਂ ਮੇਰੇ ਟਾਈਮ ਤੇ ਕਿਹੜਾ ਮੋਬਾਈਲ ਸੀਗਾ, ਕਿਹੜੇ ਕੀ ਫੜਾਉਂਦਾ ਸੀ? ਅਗਰ ਅਸੀਂ ਰੋਂਦੇ ਸੀ, ਟਿਕਦੇ ਨਹੀਂ ਸੀ, ਮਾਂ ਗੋਦੀ 'ਚ ਪਾ ਕੇ ਗੋਡਾ ਹਿਲਾਈ ਜਾਂਦੀ ਸੀ, ਥਾਪੀ ਵਾਲੇ ਸਾਰੀ ਰਾਤ ਤੁਰੇ ਫਿਰਦੇ ਸੀ। ਅੱਜ ਕੱਲ੍ਹ ਕੋਈ ਨਹੀਂ ਕਰ ਰਿਹਾ ਹੈ। ਅੱਜ ਕੱਲ੍ਹ ਬਹੁਤ ਸੌਖਾ ਤਰੀਕਾ ਆ। ਮੈਂ ਦੇਖਦਾ ਮੇਰੇ ਕੋਲ ਬੈਠੇ, ਮੈਨੂੰ ਦਿਲੋਂ ਇਸ ਗੱਲ ਦੀ ਇੰਨੀ ਤਕਲੀਫ ਹੁੰਦੀ ਹੈ ਕਿ ਇੱਕ ਬੱਚੇ ਦੇ ਬਾਰੇ ਕਾਉਂਸਲਿੰਗ ਚੱਲ ਰਹੀ ਹੈ, ਦੂਜਾ ਛੋਟਾ ਬੱਚਾ, ਉਹ ਮੰਨ ਨਹੀਂ ਰਿਹਾ, ਉਹ ਭੱਜ ਰਿਹਾ ਇੱਧਰ ਉੱਧਰ, ਉਹਦੇ ਹੱਥ 'ਚ ਫੜਾਇਆ ਮੋਬਾਈਲ, ਉਹਨੂੰ ਬਿਠਾਤਾ, ਰਾਈਟ। ਸੋ ਪਹਿਲੀ ਚੀਜ਼ ਜਿਹੜਾ ਤੁਹਾਡਾ ਸਵਾਲ ਹੈ, ਇਹੀ ਆਪ ਪ੍ਰੋਬਲਮ ਕ੍ਰੀਏਟ ਕਰ ਰਹੇ ਆ, ਜਿਹੜੀ ਆਪਾਂ ਕਹਿੰਦੇ ਆ ਐਗਰੈਸਿਵਨੈਸ ਵੱਲ ਜਾਣਾ, ਟਿਕ ਕੇ ਨਹੀਂ ਬੈਠਦੇ, ਕਿਉਂਕਿ ਫਿਰ એનર્ਜੀ ਅੰਦਰ ਸਟੋਰ ਹੋ ਗਈ, ਹੁਣ ਉਹ ਫਿਰ ਕਿਤੇ ਯੂਜ਼ ਨਹੀਂ ਹੋ ਰਹੀ, ਤੇ ਬਹਿਣਾ ਕਿੱਥੋਂ ਉਹਨੇ, ਉਹਨੂੰ ਅੰਦਰੋਂ ਝੁੰਝਲਾ ਰਹੀ ਆ ਉਹ એનર્ਜੀ, ਤਾਂ ਉਹ ਟਿਕਦਾ ਨਹੀਂ ਪਿਆ। ਸੋ ਇਹ ਸਮਝਣ ਦੀ ਬਹੁਤ ਇੰਪੋਰਟੈਂਟ ਹੈ। ਇਹਨੂੰ ਸਪੈਸੀਫਿਕ ਵੇ ਦੇ ਵਿੱਚ એનર્ਜੀ ਰੈਗੂਲੇਸ਼ਨ ਕਹਿੰਦੇ ਨੇ। ਸੋ એનર્ਜੀ ਬੱਚੇ ਦੀ ਰੈਗੂਲਾਈਜ਼ ਕਰਨਾ ਬਹੁਤ ਜ਼ਰੂਰੀ ਹੈ, ਯਾਨੀ ਕਿ ਕਿਸੇ ਫਿਜ਼ੀਕੈਲਿਟੀ ਤੇ ਫੋਕਸ ਕਰਨਾ ਬਹੁਤ ਪੇਰੈਂਟਸ ਜ਼ਰੂਰੀ ਹੈ। ਨਹੀਂ ਤਾਂ ਇਹ ਐਗਰੈਸ਼ਨ, ਤੁਹਾਡੀ ਗੱਲ ਨਾ ਮੰਨਣਾ, ਬਦਤਮੀਜ਼ੀ ਕਰਨਾ, ਪੜ੍ਹਾਈ ਨਹੀਂ ਕਰਨਾ, ਠੀਕ ਹੈ, ਇਹ ਸਾਰੀਆਂ ਪ੍ਰੋਬਲਮਸ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ। ਤਾਂ ਫਿਰ ਤੋਂ ਮੈਂ ਇਹ ਗੱਲ ਦੁਬਾਰਾ ਰਿਪੀਟ ਕਰੀ ਜਾਂਦਾ ਕਿ ਜ਼ਿਆਦਾ ਤੋਂ ਜ਼ਿਆਦਾ ਫਿਜ਼ੀਕੈਲਿਟੀ ਪਾਓ, ਔਰ
ਥੋੜੀ ਜੀ ਆਪਣੇ ਅੰਦਰ ਐਜ਼ ਅ ਮੈਂ ਵੀ ਇੱਕ ਪਿਤਾ ਆ, ਰਾਈਟ, ਸੋ ਇੱਕ ਸਹਿਨਸ਼ੀਲਤਾ ਲਓ। ਆਪਣੇ ਪਿਛੋਕੜ ਵੱਲ ਦੇਖੋ, ਆਪਣੇ ਮਾਤਾ ਪਿਤਾ ਵੱਲ ਦੇਖੋ, ਕਿੰਨੀ ਪੇਸ਼ੈਂਸ ਨਾਲ ਤੁਹਾਨੂੰ ਸਾਰੀ ਰਾਤ ਉਹ ਮੋਢੇ ਤੇ ਰੱਖ ਕੇ ਥਾਪੀਆਂ ਦੇ ਕੇ ਚਲਾਉਂਦੇ ਰਹੇ ਸੀਗੇ। ਤੁਸੀਂ ਮਿੰਟ ਦਾ ਹਿਸਾਬ ਲਾਉਨੇ, ਫੜ ਕੇ ਚੱਲ ਮੋਬਾਈਲ, ਚੱਲ ਜਾਨ ਛੱਡ। ਸੋ ਤੁਸੀਂ ਪੇਰੈਂਟ ਵਾਲੀ ਤਾਂ ਗੱਲ ਹੀ ਨਹੀਂ ਕੀਤੀ। ਪੇਰੈਂਟ ਤੇ ਇੱਕ ਕਨੈਕਸ਼ਨ ਆ, ਪੇਰੈਂਟ ਤੇ ਇੱਕ ਰਿਸ਼ਤਾ ਆ, ਪੇਰੈਂਟ ਤੇ ਇੱਕ ਪਿਆਰ ਆ, ਇੱਕ ਮੁਹੱਬਤ ਆ, ਇੱਕ ਕਨੈਕਟ ਆ। ਉਹ ਕਨੈਕਟ ਤਾਂ ਤੁਸੀਂ ਪੇਰੈਂਟ ਤਾਂ ਬਣਾਤਾ ਉਹਨੂੰ ਮੋਬਾਈਲ ਨੂੰ, ਤੇ ਕਿੱਥੋਂ ਤੁਹਾਡੀ ਗੱਲ ਸੁਣਨੀ ਉਹਨੇ। ਬਿਲਕੁਲ ਇੱਥੇ ਮੈਂ ਮਦਰਸ ਦੀ ਗੱਲ ਖਾਸ ਤੌਰ ਤੇ ਕਰਾਂਗੀ ਕਿ ਪਹਿਲੇ ਟਾਈਮ ਦੇ ਵਿੱਚ ਦੇਖੀਏ ਔਰਤਾਂ ਘਰ ਤੱਕ ਸੀਮਿਤ ਸੀ, ਘਰ ਦੇ ਕੰਮ ਕਰਨੇ ਆ ਜਾਂ ਫਿਰ ਘਰ ਦੀ ਦੇਖ ਰੇਖ ਕਰਨੀ ਹੈ। ਅੱਜ ਘਰ ਵੀ ਕੰਮ ਕਰ ਰਹੀਆਂ ਨੇ, ਪਲੱਸ ਬਾਹਰ ਦਾ ਕੰਮ ਵੀ ਕਰ ਰਹੀਆਂ, ਯਾਨੀ ਡਬਲ ਕੰਮ ਜਿਹੜਾ ਹੈ ਉਹ ਔਰਤਾਂ ਦੇ ਸਿਰ ਤੇ ਹੋ ਗਿਆ। ਬਿਲਕੁਲ ਜੀ। ਔਰ ਇਹ ਮੈਮ ਇਸ ਨਾਰੀ ਸ਼ਕਤੀ ਨੂੰ ਮੈਂ ਸਲੂਟ ਕਰਦਾ ਹਾਂ ਕਿ ਕਿਉਂਕਿ ਇਹ ਹੁਣ ਪਤਾ ਨਹੀਂ ਮੈਂ ਇਹਨੂੰ ਐਕਸਪਲੋਰ ਨਹੀਂ ਕਰ ਪਾਇਆ ਜਾਂ ਇਹਦਾ ਮੈਂ ਲੱਭ ਨਹੀਂ ਪਾਇਆ, ਪਰ ਇਹ ਕੰਮ ਮੈਂ ਬੜਾ ਪ੍ਰਾਊਡ ਹੋ ਕੇ ਕਹਿਣਾ ਆ ਕਿ ਇਹ ਕੰਮ ਇੱਕ ਔਰਤ ਹੀ ਕਰ ਸਕਦੀ ਹੈ। ਮਰਦ ਦੇ ਬਸ ਦੇ ਕੰਮ ਨਹੀਂ ਹੈਗਾ ਕਿ ਘਰ ਵੀ ਸਾਂਭ ਲੇ ਔਰ ਕੀ ਕਹਿੰਦੇ ਆ ਨਮਕੀ ਬਾਹਰ ਬ੍ਰੈਡ ਅਰਨਰ ਵੀ ਬਣੇ, ਰੋਟੀ ਵੀ ਖਾ ਲੇ। ਸੋ ਇਹ ਬਹੁਤ ਹੀ ਕੀ ਕਹਿੰਦੇ ਆ ਇੰਪੋਰਟੈਂਟ ਹੈਗਾ ਜਿਹੜਾ ਐਸਪੈਕਟ, ਜਿਹੜਾ ਇੱਕ ਵੂਮਨ ਐਮਪਾਵਰਮੈਂਟ ਹੋਈ ਹੈ। ਔਰ ਸੈਲਿਊਟ ਹੈ ਇਹਨਾਂ ਨੂੰ ਕਿ ਨਿਕਲ ਕੇ ਸਾਹਮਣੇ ਆ ਰਹੇ ਆ ਔਰ ਅੱਗੇ ਵੱਧਦੇ ਜਾ ਰਹੇ ਆ। ਲੇਕਿਨ ਮੈਮ ਇੱਥੇ ਮੈਂ ਇਹ ਨਾਰੀ ਸ਼ਕਤੀ ਬਾਰੇ ਇਹ ਵੀ ਕਹਿਣਾ ਚਾਹੂੰਗਾ ਕਿ ਇਹ ਹੱਕ ਜਿਹੜਾ ਮਾਂ ਵਾਲਾ ਹੈਗਾ ਆ ਉਹ ਵੀ ਤੁਹਾਨੂੰ ਹੀ ਦਿੱਤਾ ਆ। ਔਰ ਇੱਕ ਜ਼ਿੰਦਗੀ ਸੀਚਣ ਦਾ, ਉਹਨੂੰ ਵੱਡੇ ਕਰਨ ਦਾ, ਇਹ ਵੀ ਇੱਕ ਸ਼ਕਤੀ ਔਰਤ ਨੂੰ ਹੀ ਦਿੱਤੀ ਹੈ। ਬੰਦਾ ਇਸ 'ਚ ਵੀਕ ਹੈ, ਇਸ ਲਈ ਰੱਬ ਨੇ ਦਿੱਤੀ ਨਹੀਂ ਉਹਨੂੰ ਸ਼ਕਤੀ ਹੈ। ਸੋ ਥੋੜਾ ਜਿਹਾ ਉਹ ਆਪਣੇ ਲਾਈਫ ਸਟਾਈਲ ਦੇ ਵਿੱਚ ਤੁਸੀਂ ਕੰਮ ਕਰੋ, ਤੁਸੀਂ ਪਾਰਟੀ ਕਰੋ, ਤੁਸੀਂ ਘਰ ਦਾ ਕੰਮ ਕਰੋ, ਬਟ ਇੱਕ ਬੱਚੇ ਦੀ ਆਊਟਬ੍ਰਿੰਗ ਵਾਸਤੇ ਵੀ ਥੋੜਾ ਜਿਹਾ ਸਹਿਨਸ਼ੀਲ ਹੋ ਜਾਓ। ਇਹ ਗਲਤੀ ਮੈਂ ਇੱਥੇ ਕਿਤੇ ਕਿਸੇ ਨੂੰ ਗਲਤ ਨਹੀਂ ਠਹਿਰਾ ਰਿਹਾ। ਮੈਂ ਅਗਰ ਆਪਣੀ ਗੱਲ ਕਰਾਂ ਐਜ਼ ਅ ਫਾਦਰ, ਹੁਣ ਕੀ ਹੋਇਆ, ਮੈਂ ਇਦਾਂ ਦੇ ਪਰਿਵਾਰ 'ਚ ਵੱਡਾ ਹੋਇਆ ਜਿੱਥੇ ਹੈਂਡ ਟੂ ਮਾਊਥ ਹੀ ਕੰਮ ਸੀਗਾ, ਠੀਕ ਹੈ, ਤੇ ਪ੍ਰਮਾਤਮਾ ਦੀ ਮਿਹਰ ਹੋਈ, ਮੈਂ ਆਪਣੇ ਆਪ ਸક્ષਮ ਹੋ ਚੁੱਕਿਆ। ਤੇ ਮੇਰਾ ਮਾਈਂਡ ਸੈਟ ਕੀ ਸੀਗਾ, ਜਿਹੜੀ ਚੀਜ਼ ਮੈਨੂੰ ਨਹੀਂ ਮਿਲੀ ਨਾ ਉਹ ਮੈਂ ਆਪਣੇ ਬੱਚੇ ਨੂੰ ਦੇਣੀ ਹੈ, ਰਾਈਟ। ਪਰ ਉਹਦੇ ਵਿੱਚ ਪ੍ਰੋਬਲਮ ਕੀ ਹੈ, ਉਹ ਤਾਂ ਇੱਕ ਤੁਹਾਡਾ ਪਿਆਰ ਹੈ ਐਜ਼ ਅ ਪਿਤਾ ਜਾਂ ਮਾਤਾ ਤੇ ਤੁਹਾਡਾ ਪਿਆਰ ਹੈ, ਲੇਕਿਨ ਉਹਦੇ ਵਿੱਚ ਪ੍ਰੋਬਲਮ ਇਹ ਹੁੰਦਾ ਕਿ ਹਰ ਚੀਜ਼ ਬਹੁਤ ਈਜ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਔਰ ਜਦੋਂ ਤੁਹਾਨੂੰ ਜੋ ਚੀਜ਼ ਮੈਮ ਈਜ਼ੀ ਮਿਲ ਜੇ ਫਿਰ ਉਹਦੀ ਕਦਰ ਨਹੀਂ ਰਹਿੰਦੀ। ਔਰ ਜਿੱਦਾਂ ਅੱਜ ਕੱਲ੍ਹ ਅਸੀਂ ਛੋਟੇ ਬੱਚਿਆਂ ਨੂੰ ਫੋਨ ਦੇ ਦਿੱਤੇ, ਬੜੇ ਜਿਹੇ ਵੱਡੇ ਹੋਏ ਐਕਟਿਵਾ ਲੈਤਾ, ਇਹ ਸਭ ਚੀਜ਼ਾਂ, ਫਿਰ ਉਹਨਾਂ ਚੀਜ਼ਾਂ ਦੀ ਕਦਰ ਨਹੀਂ ਰਹਿੰਦੀ। ਸੋ ਇੱਕ ਟਿਪ ਮੈਂ ਇੱਥੇ ਹੋਰ ਥੋੜਾ ਜਿਹਾ ਚਾਈਲਡ ਸਾਈਕੋਲੋਜੀ 'ਚ ਦੇਣਾ ਚਾਹੂੰਗਾ ਪੇਰੈਂਟਸ ਨੂੰ ਕਿ ਬੱਚੇ ਦੇ ਅੰਦਰ ਆਪਣੇ ਆਦਤ ਪਾਓ ਟੂ ਅਰਨ ਥਿੰਗਸ, ਠੀਕ ਹੈ, ਕਿ ਉਹਨੂੰ ਇਹਦਾ ਬਹੁਤ ਸੌਖਾ ਜਿਹਾ ਤਰੀਕਾ ਹੈਗਾ ਕਿ ਕੁਝ ਵੀ ਬੱਚੇ ਨੂੰ ਕੰਮ ਕਰਾਉਣਾ, ਰਿਜ਼ਲਟ ਦਿਖਾਓ ਕਿ ਬਈ ਤੂੰ ਇੰਨਾ ਕੰਮ ਕੀਤਾ, ਉਹਦਾ ਰਿਜ਼ਲਟ ਆ ਟੌਫੀ। ਤੂੰ ਇਹਨੂੰ ਇੰਨਾ ਵਧੀਆ ਕਰ ਲਿਆ, ਇਹਦਾ ਰਿਜ਼ਲਟ ਆ ਬਿਸਕਿਟ ਦਾ ਪੈਕੇਟ। ਤੂੰ ਇਹਨੂੰ ਇੰਨਾ ਵਧੀਆ ਕਰ ਲਿਆ, ਆ ਵੱਡੇ ਵਾਲਾ ਚਾਕਲੇਟ ਤੇਰੇ ਲਈ। ਸੋ ਕੀ ਹੈ, ਫਿਰ ਉਸ ਤਰ੍ਹਾਂ ਉਸ ਬੱਚੇ ਦੀ ਸਾਈਕੋਲੋਜੀ ਬਿਲਡਅਪ ਹੋਣੀ ਸ਼ੁਰੂ ਹੁੰਦੀ ਹੈ ਕਿ ਲਾਈਫ ਇਜ਼ ਰਿਜ਼ਲਟ। ਵਾਕਈ ਖੂਬਸੂਰਤ ਗੱਲ ਹੈ, ਰਿਜ਼ਲਟ ਓਰੀਐਂਟਡ ਹੈਗੀ ਆ, ਐਵੇਂ ਨਹੀਂ ਮਿਲ ਜਾਂਦੀਆਂ ਚੀਜ਼ਾਂ। ਜਦੋਂ ਐਵੇਂ ਮਿਲਣ ਸ਼ੁਰੂ ਹੋ ਜਾਂਦੀਆਂ ਫਿਰ ਕਦਰ ਨਹੀਂ ਰਹਿੰਦੀ। ਬਿਲਕੁਲ ਤੁਸੀਂ ਠੀਕ ਹੈ। ਤੇ ਕੰਪੈਰੀਜ਼ਨ ਦੀ ਮੈਂ ਹੁਣ ਗੱਲ ਕਰਾਂਗੀ। ਅਕਸਰ ਜਿਹੜੇ ਮਾਪੇ ਹੁੰਦੇ ਆ ਉਹ ਬੱਚਿਆਂ ਦਾ ਕੰਪੈਰੀਜ਼ਨ ਕਰਦੇ ਨੇ ਕਿ ਫਲਾਣੇ ਬੱਚੇ ਦੇ ਇੰਨੇ ਨੰਬਰ ਹੈ ਨਾ, ਤੂੰ ਉਹਦੇ ਤੋਂ ਬਹੁਤ ਘੱਟ ਹੈ, ਜਾਂ ਫਿਰ ਆਪਣੇ ਹੀ ਦੋਨੋਂ ਬੱਚਿਆਂ ਦੇ ਵਿੱਚ ਕੰਪੈਰੀਜ਼ਨ, ਉਹਨੂੰ ਦੇਖੋ ਕਿੰਨਾ ਪੜ੍ਹਦਾ ਹੈ, ਉਹਦੇ ਨੰਬਰ ਕਿੰਨੇ ਹੈ, ਤੇਰੇ ਹਮੇਸ਼ਾ ਘੱਟ ਰਹਿੰਦੇ ਨੇ, ਤੂੰ ਕਿਸੇ ਕੰਮ ਦਾ ਨਹੀਂ ਹੈ। ਮਤਲਬ ਇਦਾਂ ਦੀ ਗੱਲਾਂ ਜਦੋਂ ਕੰਪੈਰੀਜ਼ਨ ਅਸੀਂ ਬੱਚਿਆਂ ਦਾ ਕਰਦੇ ਹਾਂ ਤੇ ਸਾਈਕੋਲੋਜੀ ਤੇ ਕੀ ਅਸਰ ਪੈਂਦਾ? ਮੈਮ ਇਹ ਮੈਂ ਤੁਹਾਨੂੰ ਚਲੋ ਆਪਣੀ ਐਗਜ਼ਾਮਪਲ ਦੇ ਕੇ ਦੱਸਦਾ। ਪਹਿਲਾ ਕੁਐਸਚਨ ਮੈਂ ਦੂਸਰੀ ਥਾਂ ਤੇ ਆਨਸਰ ਕਰਦਾ ਕਿ ਪਹਿਲੇ ਆਪਾਂ ਅਸਰ ਦੀ ਗੱਲ ਕਰਦੇ ਹਾਂ। ਬਿਲਕੁਲ। ਕਦੀ ਵੀ ਇੱਕ ਬਹੁਤ ਇੰਪੋਰਟੈਂਟ ਟਿਪ ਆ, ਆਪਣੇ ਬੱਚੇ ਨੂੰ ਕਦੇ ਵੀ ਕਿਸੇ ਨਾਲ ਕੰਪੇਅਰ ਨਾ ਕਰੋ। ਇਹਦਾ ਮੈਂ ਰੀਜ਼ਨ ਦੱਸਦਾ ਕਿਉਂਕਿ ਮੈਂ ਝੇਲਿਆ, ਇਹ ਮੇਰੇ ਨਾਲ ਵੀ ਹੁੰਦਾ ਰਿਹਾ, ਹਰ ਪੇਰੈਂਟ ਕਰਦਾ ਆ, ਠੀਕ ਹੈ, ਕਿ ਤੇਰੇ ਮਾਸੀ ਦਾ ਮੁੰਡਾ ਦੇਖ, ਤੇਰੇ ਮਾਮੇ ਦਾ, ਤੇਰੇ ਤਾਏ ਦਾ ਮੁੰਡਾ ਦੇਖ, ਤੂੰ ਉੱਥੇ ਪਹੁੰਚ ਗਿਆ। ਉਹਨਾਂ ਚੀਜ਼ ਪਹਿਲੀ ਤੁਸੀਂ ਆਪਣੇ ਬੱਚੇ ਨੂੰ ਇਮੋਸ਼ਨਲੀ ਹਰਟ ਕਰਦੇ ਹੋ, ਠੀਕ ਹੈ, ਕਿ ਮੇਰੀ ਮਾਂ, ਹੁਣ ਮੇਰਾ ਪਿਤਾ, ਮੇਰੀ ਮਾਂ ਮੈਨੂੰ ਇਹ ਗੱਲ ਕਹਿ ਰਹੀ ਹੈ, ਰਾਈਟ, ਜਾਂ ਕਿਸੇ ਹੋਰ ਦੀ ਤਰਫਦਾਰੀ ਕਰ ਰਹੀ ਹੈ, ਤਾਂ ਉਹ ਬੱਚੇ ਨੂੰ ਬਹੁਤ ਜ਼ਿਆਦਾ ਉਹ ਚੀਜ਼ ਪਿੰਚ ਹੁੰਦੀ ਹੈ। ਸੋ ਇਹ ਬਹੁਤ ਧਿਆਨ ਰੱਖਣਾ। ਦੂਸਰੀ ਚੀਜ਼ ਮੈਂ ਇੱਥੇ ਇੱਕ ਹੋਰ ਟਿਪ ਦਊਂਗਾ। ਆਪਾਂ ਕਈ ਵਾਰ ਆਪਣੇ ਬੱਚਿਆਂ ਦੀ ਚਾਈਲਡ ਸਾਈਕੋਲੋਜੀ ਦੀ ਟਿਪ ਆ ਬਹੁਤ ਇੰਪੋਰਟੈਂਟ, ਡਿਸਕਸ਼ਨ ਕਰਨ ਬਹਿ ਜਾਂਦੇ ਆ ਬੱਚਿਆਂ ਦੇ ਸਾਹਮਣੇ, ਐਗਜ਼ੈਕਟਲੀ, ਠੀਕ ਹੈ। ਉਹ ਪਲੀਜ਼ ਉਹਨੂੰ ਅਵੋਇਡ ਕਰੋ। ਚਲੋ ਤੁਸੀਂ ਉਹਦੇ ਪੇਰੈਂਟ ਟੀਚਰ ਮੀਟ ਤੇ ਗਏ ਹੋ, ਕੋਈ ਚੀਜ਼ ਨਹੀਂ ਕਰ ਰਿਹਾ, ਠੀਕ ਹੈ, ਉਹ ਕੋਈ ਚੀਜ਼ ਉਸ ਤੋਂ ਗਲਤੀਆਂ ਹੋ ਰਹੀਆਂ ਨੇ, ਬਟ ਨੈਵਰ ਐਵਰ ਕਦੇ ਵੀ ਸਾਨੂੰ ਇਹ ਚੀਜ਼ ਬੱਚਿਆਂ ਦੇ ਸਾਹਮਣੇ ਡਿਸਕਸ ਨਹੀਂ ਕਰਨੀ ਚਾਹੀਦੀ। ਫੋਰ ਐਗਜ਼ਾਮਪਲ ਇੱਥੇ ਗੱਲ ਕਰਦੇ ਆ, ਮੈਂ ਤੁਹਾਡਾ ਬੱਚਾ, ਤੁਸੀਂ ਆ ਸਰ ਬੈਠੇ ਨੇ ਇੱਥੇ, ਤੁਸੀਂ ਜਾ ਕੇ ਗੱਲ ਕਰਦੇ ਹੋ ਜੀ ਇਹ ਪੜ੍ਹਦਾ ਹੀ ਨਹੀਂ, ਉੱਥੇ 4 ਪੇਰੈਂਟ ਹੋਰ ਬੈਠੇ ਨੇ, ਇਹ ਤਾਂ ਬਦਤਮੀਜ਼ ਆ ਜੀ, ਇਹ ਗੱਲ ਨਹੀਂ ਮੰਨਦਾ ਜੀ। ਸੋ ਤੁਸੀਂ ਹਾਂਜੀ ਹੁੰਦਾ ਹੀ ਇੱਦਾਂ ਮੈਮ। ਸੋ ਕੀ ਹੁੰਦਾ, ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਆ ਬੱਚੇ ਦਾ ਉਹ ਗਿਰਨਾ ਸ਼ੁਰੂ ਹੋ ਜਾਂਦਾ।
ਉਹ ਛੁਪਣਾ ਸ਼ੁਰੂ ਹੋ ਜਾਂਦਾ ਫਿਰ ਉਹਨਾਂ ਲੋਕਾਂ ਤੋਂ ਜਿਨ੍ਹਾਂ ਦੇ ਸਾਹਮਣੇ ਤੁਸੀਂ ਗੱਲ ਕੀਤੀ ਹੋਵੇ। ਕਿਉਂਕਿ ਕਿਸੇ ਨੂੰ ਵੀ ਹੁਣ ਮੈਂ ਐਜ਼ ਅ ਪੇਰੈਂਟ ਹਾਂ, ਠੀਕ ਹੈ, ਜਾਂ ਮੈਂ ਐਜ਼ ਅ ਰੋਹਨ ਦੱਤਾ ਆਪਣੀ ਗੱਲ ਕਰਾਂ, ਐਜ਼ ਅ ਕੋਚ ਮੈਂਟਰ ਗੱਲ ਕਰਾਂ, ਮੇਰੀ ਕੋਈ ਬੁਰਾਈ ਕਰੇਗਾ ਤੇ ਕਿਸੇ ਸਾਹਮਣੇ ਬੁਰਾਈ ਹੋਵੇ ਮੈਂ ਉਹਨੂੰ ਦੇਖੂੰ ਥੋੜੀ, ਮੈਂ ਪਾਸੋਂ ਦੀ ਨਿਕਲਣ ਦੀ ਕੋਸ਼ਿਸ਼ ਕਰਾਂ, ਯਾਰ ਇੱਥੇ ਬੇਇੱਜ਼ਤੀ ਹੋਈ ਸੀ। ਬੜੀ ਲੌਜਿਕ ਜੀ ਸਿੰਪਲ ਜੀ ਗੱਲ ਕਰ ਰਿਹਾ। ਸੇਮ ਬੱਚਾ ਵੀ ਇਹ ਸਾਰੀਆਂ ਚੀਜ਼ਾਂ ਸੋਚ ਪਾਉਂਦਾ ਆ ਉਹਦੇ ਨਾਲ। ਸੋ ਕਦੀ ਵੀ ਉਹਦੀ ਡਿਸਕਸ਼ਨ ਕਿਸੇ ਨਾਲ ਵੀ ਨਾ ਕਰੋ। ਦੂਸਰੀ ਗੱਲ ਜਿਹੜੀ ਕੰਪੈਰੀਜ਼ਨ ਦੀ ਗੱਲ ਕਰਦੇ ਹੋ, ਇੱਥੇ ਮੈਂ ਥੋੜਾ ਜਿਹਾ ਆਪਣੀ ਪਰਸਨਲ ਐਗਜ਼ਾਮਪਲ ਦੇਣਾ ਚਾਹੂੰਗਾ। ਇਹ ਮੇਰੇ ਨਾਲ ਵੀ ਹੁੰਦਾ ਰਿਹਾ ਬਹੁਤ ਕੰਪੈਰੀਜ਼ਨ, ਕਿ ਉਹ ਦੇਖੋ ਜੀ ਉੱਥੇ ਪੜ੍ਹਦਾ, ਇਹ ਉੱਥੇ ਪੜ੍ਹਦਾ, ਇਹ ਫਲਾਣਾ ਕਰਦਾ ਜੀ, ਉਹ ਬੱਚਾ ਇੰਨਾ ਵਧੀਆ, ਤੇਰਾ ਕੁੱਖ ਨਹੀਂ ਬਣਨਾ, ਤੂੰ ਇੱਧਰ ਰਹਿ ਜਾਣਾ ਹੈ, ਜੋ ਮਾਂ ਪਿਓ ਕਹਿੰਦੇ ਤੁਸੀਂ ਲੋਕ ਕਹਿੰਦੇ ਹੋ ਉਹ ਸਾਰਾ ਕੁਝ ਮੇਰੇ ਨਾਲ ਵੀ ਹੋਇਆ। ਬਟ ਇੱਦਾਂ ਕੁਛ ਨਹੀਂ ਹੁੰਦਾ, ਇਹ ਕਿਸੇ ਨਾਲ ਕੰਪੈਰੀਜ਼ਨ ਕਰਨ ਨਾਲ ਕੁਛ ਨਹੀਂ ਹੁੰਦਾ। ਇਹਦੀ ਮੈਂ ਐਗਜ਼ਾਮਪਲ ਇਸ ਲਈ ਆਪਣੀ ਦੇਣਾ ਚਾਹੁੰਦਾ ਕਿ ਮੇਰੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ। ਜਲੰਧਰ ਦਾ ਮੈਂ ਇਹ ਕੋਈ ਅੱਛੀ ਗੱਲ ਨਹੀਂ ਜਿਹੜੀ ਮੈਂ ਕਹਿਣ ਲੱਗਾ, ਪਰ ਜਲੰਧਰ ਦਾ ਇਹੋ ਜਿਹਾ ਕੋਈ ਕਾਲਜ ਨਹੀਂ ਜਿਹ 'ਚ ਮੈਂ ਪੜ੍ਹਿਆ ਨਹੀਂ, ਠੀਕ ਹੈ। ਹਾਂ, ਦੋ ਸਾਡੇ ਟਾਈਮ ਤੇ ਖਾਲਸਾ ਕਾਲਜ ਹੁੰਦਾ ਸੀ, ਦੁਆਬਾ ਕਾਲਜ ਹੁੰਦਾ ਸੀ, DAV ਕਾਲਜ ਹੁੰਦਾ ਸੀ, ਹਰ ਜਗ੍ਹਾ ਗਿਆ, ਕਿਤੇ ਅਟੈਂਡੈਂਸ ਸ਼ਾਰਟ ਹੁੰਦੀ ਸੀ, ਕਿਤੇ ਕੰਪਾਰਟਮੈਂਟ ਹੁੰਦੀ ਸੀ, ਸੋ ਕਹਿਣ ਦਾ ਮੇਰਾ ਮਤਲਬ। ਬਟ ਹੁਣ ਦੀ ਇਹ ਸਿਚੁਏਸ਼ਨ ਹੈ ਕਿ ਮੈਂ ਡਿਫਰੈਂਟ ਕਾਲਜਿਸ 'ਚ ਮੈਨੂੰ ਇਨਵਾਈਟ ਕੀਤਾ ਜਾਂਦਾ ਔਰ ਮੈਂ ਉੱਥੇ ਜਾ ਕੇ ਉਹਨਾਂ ਦੇ ਬੱਚਿਆਂ ਨੂੰ, ਟੀਚਰਸ ਨਾਲ ਉਹਨਾਂ ਨੂੰ ਲੈਕਚਰ ਦਿੰਦਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਦੀ ਵੀ ਕਿਸੇ ਨੂੰ ਤੁਸੀਂ ਡਿਸਕਰੇਜ ਕਰ ਰਹੇ ਹੋ ਤੇ ਲਾਈਫ ਉੱਥੇ ਐਂਡ ਨਹੀਂ ਹੈਗੀ। ਔਰ ਮੈਂ ਇਹ ਮੈਂ ਗੱਲ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਅਗਰ ਮੇਰੇ ਟਾਈਪ ਦਾ ਬੰਦਾ ਪਿੰਡ ਤੋਂ ਆਇਆ ਹੋਇਆ, ਜਿਹਦੀ ਵੱਟ ਹੁੰਦੀ ਸੀਗੀ, ਰਾਈਟ, ਉਹ ਅਗਰ ਇਸ ਮੁਕਾਮ ਤੇ ਪਹੁੰਚ ਸਕਦਾ, ਤੇ ਤੁਸੀਂ ਲੋਕ ਬੱਚੇ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਆ, ਬੈਸਟ ਸਕੂਲਸ ਹੈ ਇਹਨਾਂ ਕੋ, ਰਾਈਟ, ਬੈਸਟ ਆਫ ਦੀ ਨੌਲੇਜ ਪਾਉਣ ਲਈ ਗੈਜਟਸ ਨੇ, ਬੈਸਟ ਇਨਫੋਰਮੇਸ਼ਨਸ ਹੈਗੀ ਹੈ, ਬੈਸਟ ਮੈਂਟਰਸ ਹੈਗੇ, ਤਾਂ ਤੁਸੀਂ ਤਾਂ ਕੁਛ ਵੀ ਕਰ ਸਕਦੇ ਹੋ। ਤਾਂ ਕਦੀ ਵੀ ਆਪਣੇ ਆਪ ਨੂੰ ਡਮੀਨ ਨਾ ਕਰਿਓ, ਕਿਸੇ ਦੇ ਵੀ ਕਹਿਣ ਦੇ, ਲੋਕਾਂ ਨੂੰ ਕਹਿਣ ਦਿਓ, ਤੁਸੀਂ ਆਪਣੇ ਰਾਹ ਤੇ ਚੱਲਦੇ ਰਹੋ। ਕੁਛ ਤਾਂ ਲੋਕ ਕਹੇਂਗੇ, ਲੋਗੋਂ ਕਾ ਕੰਮ ਹੈ ਕਹਿਣਾ। ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਲੈਣੇ ਇੱਕ ਛੋਟਾ ਜਿਹਾ ਬ੍ਰੇਕ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ। ਰੋਹਨ ਦੱਤਾ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ। ਚਾਈਲਡ ਸਾਈਕੋਲੋਜੀ ਦੇ ਬੜੀ ਖੂਬਸੂਰਤ ਗੱਲਾਂ ਸਾਨੂੰ ਦੱਸ ਰਹੇ ਨੇ, ਬਹੁਤ ਕੰਮ ਦੀਆਂ ਗੱਲਾਂ ਸਾਨੂੰ ਦੱਸ ਰਹੇ ਨੇ। ਲਗਾਤਾਰ ਇਹਨਾਂ ਨਾਲ ਗੱਲਬਾਤ ਜਿਹੜੀ ਹੈ ਉਹ ਆਪਣੀ ਜਾਰੀ ਰੱਖਦੇ ਹਾਂ। ਇੱਥੇ ਹੁਣ ਗੱਲ ਕਰਦੇ ਹਾਂ ਮੋਬਾਈਲ ਦੀ। ਲਗਾਤਾਰ ਗੱਲ ਹੋ ਰਹੀ ਹੈ ਗੈਜਟਸ ਦੀ, ਮੋਬਾਈਲ ਸੀ। ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲਸ ਹੈ ਤੇ ਬੱਚੇ ਹੁਣ ਮੈਕਸਿਮਮ ਗੇਮਸ ਵੱਲ ਰੁਝਾਨ ਉਹਨਾਂ ਦਾ ਵੱਧ ਗਿਆ। ਇੰਨਾ ਜ਼ਿਆਦਾ ਮੋਬਾਈਲ ਗੇਮਸ ਦੀ ਅਸੀਂ ਗੱਲ ਜੇ ਕਰੀਏ ਤੇ ਇੰਨਾ ਜ਼ਿਆਦਾ ਉਹਨਾਂ ਦੀ ਐਡਿਕਸ਼ਨ ਵੱਧ ਚੁੱਕੀ ਹੈ ਕਿ ਅਸੀਂ ਕੁਝ ਕੇਸਿਸ ਐਸੇ ਵੀ ਦੇਖੇ ਨੇ ਜਦੋਂ ਉਹ ਗੇਮਸ ਨੂੰ ਫੋਲੋ ਕਰਦੇ ਅਸੀਂ ਅਪਸੈਟ ਹੋ ਰਹੇ ਨੇ, ਕਰ ਰਹੇ ਨੇ। ਯੈਸ, ਹਾਂਜੀ, ਉਹ ਬਲੂ ਵੇਲ ਆਇਆ ਸੀ, ਬਲੂ ਵੇਲ ਜਿਹੜੀ ਗੇਮ ਆਈ ਸੀ, ਹੋਰ ਵੀ ਕਈ ਇਦਾਂ ਦੀ ਗੇਮਾਂ ਨੇ ਜਿਹੜੇ ਬੱਚਿਆਂ ਨੂੰ ਪ੍ਰੇਰਿਤ ਕਰ ਰਹੀਆਂ ਨੇ ਆਪਣੀ ਜਾਨ ਦੇਣ ਲਈ, ਐਸੇ ਟਾਸਕ ਕਰਨ ਲਈ ਜਿਹੜੇ ਜਾਨਲੇਵਾ ਨੇ। ਇਦਾਂ ਦੇ ਹਾਲਾਤਾਂ ਦੇ ਵਿੱਚ ਬੱਚਿਆਂ ਨੂੰ ਕਿਵੇਂ ਸਮਝਾਇਆ ਜਾਵੇ? ਮੈਮ, ਇੱਕ ਆਇਰਨੀ ਆਫ ਲਾਈਫ ਕਹਿ ਲਓ ਜਾਂ ਚੇਂਜ, ਇਹਨਾਂ ਜਿਹੜਾ ਵੱਡਾ ਚੇਂਜ ਆਇਆ। ਦੇਖੋ ਹੁਣ ਇਹਦੇ ਵਿੱਚ ਬੜੇ ਵਿਅੰਗ ਵਾਲੀ ਗੱਲ ਹੈ ਕਿ ਅੱਜ ਤੋਂ 3 ਸਾਲ ਪਹਿਲੇ, 4 ਸਾਲ ਪਹਿਲੇ ਅਸੀਂ ਬੱਚਿਆਂ ਨੂੰ ਕਹਿੰਦੇ ਸੀ ਮੋਬਾਈਲ ਨੂੰ ਹੱਥ ਨਹੀਂ ਲਾਉਣਾ, ਮੋਬਾਈਲ ਫੜਨਾ ਨਹੀਂ, ਬਿਲਕੁਲ ਨਹੀਂ ਬਹਿਣਾ ਇਹਦੇ ਸਾਹਮਣੇ। ਹੁਣ ਉਹਨੂੰ ਉਹੀ ਮੋਬਾਈਲ ਫੜਾ ਚੱਲ ਫੜ, ਤੇਰੀ ਕਲਾਸ ਸ਼ੁਰੂ ਹੋ ਗਈ। ਸੋ ਇਹ ਵਿਅੰਗ ਜਿਹੀ ਮਤਲਬ ਬੜੀ ਕਨਫਿਊਜ਼ਨ ਇਹਨੂੰ ਕਹਿੰਦੇ, ਕਾਮੇਡੀ ਆਫ ਐਰਰਸ, ਰਾਈਟ। ਸੋ ਇੱਦਾਂ ਦੀ ਸਿਚੁਏਸ਼ਨ ਹੋਈ ਆ। ਤਾਂ ਚਲੋ ਇਹ ਤਾਂ ਥੋੜ੍ਹਾ ਜਿਹਾ ਲਾਈਟਰ ਨੋਟ 'ਤੇ ਗੱਲ ਹੋ ਗਈ। ਥੋੜ੍ਹਾ ਜਿਹਾ ਹੁਣ ਇਸ ਪਾਸੇ ਆਉਂਦੇ ਹਾਂ ਮੈਮ ਕਿ ਮੋਬਾਈਲ ਯੂਜ਼ਸ 'ਤੇ ਔਰ ਟਰੈਕਿੰਗ 'ਤੇ। ਇਹ ਬਹੁਤ ਇੰਪੋਰਟੈਂਟ ਪਾਰਟ ਹੈਗਾ ਆ, ਕਿਉਂਕਿ ਪਹਿਲੇ ਤਾਂ ਆਪਾਂ ਜਿਹੜਾ ਇਹਦਾ ਸਿੱਧਾ ਨੁਕਸਾਨ ਦੇਖੀਏ ਜੀ। ਜਦੋਂ ਇੱਕ ਬੱਚੇ ਦੇ ਹੱਥ ਵਿੱਚ ਗੈਜਟ ਹੋ ਜਾਂਦਾ ਆ, ਉਹਦਾ ਸਭ ਨਾਲ ਪਹਿਲਾ ਜਿਹੜਾ ਨੁਕਸਾਨ ਹੈ ਉਹਦੀ ਕਮਿਊਨੀਕੇਸ਼ਨ ਖਤਮ ਹੋ ਜਾਂਦੀ ਹੈ। ਬਿਲਕੁਲ। ਨਾ ਫਿਰ ਉਸ ਬੱਚੇ ਨੂੰ ਮਾਪੇ ਦੀ ਲੋੜ ਪੈਂਦੀ ਹੈ, ਨਾ ਉਸ ਬੱਚੇ ਨੂੰ ਦੋਸਤ ਦੀ ਲੋੜ ਪੈਂਦੀ ਹੈ, ਨਾ ਉਸ ਨੂੰ ਉਸ ਦੇ ਵਿੱਚ ਭੁੱਖ ਪਿਆਸ ਦੀ ਯਾਦ ਰਹਿੰਦੀ ਹੈ। ਸੋ ਸਭ ਨਾਲ ਪਹਿਲੇ ਚੀਜ਼ ਉਹਦੀ ਟੋਟਲੀ ਕਮਿਊਨੀਕੇਸ਼ਨ ਕੱਟ ਆਫ ਹੋ ਜਾਂਦਾ ਆ। ਫਰਸਟ ਇਫੈਕਟ ਇਜ਼ ਦਿਸ। ਪਹਿਲੇ ਇਫੈਕਟ ਦੇ ਗੱਲ ਕਰਦੇ ਆ, ਫਿਰ ਕਿੱਦਾਂ ਇਹ ਤੋਂ ਬਚਿਆ ਜਾਵੇ ਉਹਦੀ ਗੱਲ ਜੀ। ਸੈਕੰਡ ਚੀਜ਼ ਮੈਡਮ, ਤੁਸੀਂ ਅਗਰ ਕਿਤੇ ਮੈਡੀਕਲ ਜਰਨਲ ਸਰਚ ਕਰਕੇ ਵੇਖਿਓ, ਔਰ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ 90% ਬੱਚਿਆਂ ਨੂੰ ਚਸ਼ਮਾ ਲੱਗਾ ਹੋਇਆ।
ਲੱਗਿਆ ਕੋਈ ਸ਼ੱਕ 90% ਥੋੜਾ ਜਿਹਾ ਉੱਪਰ ਥੱਲੇ ਹੋ ਸਕਦਾ। ਸੋ 90% ਸੈਕਿੰਡ ਜਿਹੜਾ ਸਭ ਨਾਲ ਇੰਪੋਰਟੈਂਟ ਐਸਪੈਕਟ ਜਿਹੜਾ ਖਰਾਬ ਹੋ ਰਿਹਾ, ਨੈਚੁਰਲ ਕੁਦਰਤ ਦੀ ਚੀਜ਼ ਦਿੱਤੀ ਹੋਈ, ਜਿੱਦਾਂ ਮੈਂ ਆਪਣੀ ਗੱਲ ਕਰਾਂ 45 ਸਾਲ ਜਾ ਕੇ ਚਸ਼ਮਾ ਲੱਗਿਆ ਤਾਂ ਤੁਹਾਡੇ ਲੱਗਿਆ ਹੀ ਨਹੀਂ, ਰਾਈਟ? ਸੋ ਇਹ ਹੁਣ ਇਸ ਏਜ 'ਚ ਸ਼ੁਰੂ ਹੋ ਗਿਆ। ਸੋ ਅਸੀਂ ਫਿਜ਼ੀਕਲੀ ਵੀ ਉੱਥੇ ਪਰੇਸ਼ਾਨ ਹੋ ਰਹੇ ਹਾਂ, ਸਾਡੀ ਇੱਕ ਖੂਬਸੂਰਤ ਵਿਜ਼ਨ ਜਾ ਰਿਹਾ। ਔਰ ਮੈਂ ਮਾੜੇ ਮੋਟੇ ਚਸ਼ਮੇ ਦੀ ਨਹੀਂ ਗੱਲ ਕਰ ਰਿਹਾ, ਏਡੇ ਏਡੇ ਮੋਟੇ ਲੋਕਾਂ ਨੂੰ, ਬੱਚਿਆਂ ਨੂੰ ਚਸ਼ਮੇ ਲੱਗਣੇ ਸ਼ੁਰੂ ਹੋ ਗਏ। ਦੂਸਰੀ ਚੀਜ਼ ਇਹਦੀ ਹੈ। ਤੀਸਰੀ ਚੀਜ਼ ਬਿਹੇਵੀਅਰ ਪੈਟਰਨ, ਤੁਹਾਡਾ ਬਿਹੇਵੀਅਰ ਖਰਾਬ ਹੁੰਦਾ ਜਾ ਰਿਹਾ। ਬਿਹੇਵੀਅਰ ਕਿੱਦਾਂ ਖਰਾਬ ਹੁੰਦਾ ਜਾ ਰਿਹਾ? ਤੁਸੀਂ ਉਸ ਗੈਜਟ ਨੂੰ ਦੇ ਵਿੱਚ ਉੱਤੇ ਇੰਨਾ ਡਿਪੈਂਡੈਂਟ ਹੋ ਗਏ ਹੋ ਕਿ ਜਿਹੜੀਆਂ ਚੀਜ਼ਾਂ ਰੱਬ ਨੇ ਤੁਹਾਡੇ ਅੰਦਰ ਪਾ ਕੇ ਭੇਜੀਆਂ ਆ ਜਿਵੇਂ ਸੋਚਣ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਮੁਸਕਰਾਉਣ ਦੀ ਸ਼ਕਤੀ, ਚੱਲਣ ਦੀ ਸ਼ਕਤੀ, ਕੰਮ ਕਰਨ ਦੀ ਸ਼ਕਤੀ, ਡਿਸਪਲਿਨ, ਉਹ ਸਾਰੀਆਂ ਚੀਜ਼ਾਂ ਆਪਾਂ ਉਹਨੂੰ ਇਗਨੋਰ ਮਾਰੀ ਜਾ ਰਹੇ ਹਾਂ। ਜੀ ਰਾਈਟ। ਫਿਰ ਬਿਹੇਵੀਅਰ ਦੇ ਵਿੱਚ ਹੀ ਅਗਲਾ ਇੱਕ ਜਿਹੜਾ ਪਾਰਟ ਖਰਾਬ ਹੋ ਰਿਹਾ, ਅਸੀਂ ਸੁਣਨਾ ਵੀ ਬੰਦ ਕਰਤਾ, ਇਹ ਸ਼ਕਤੀ ਵੀ ਖਤਮ ਹੁੰਦੀ ਜਾ ਰਹੀ। ਮੈਂ ਦੇਖਦਾ ਬਹੁਤ ਜਗ੍ਹਾ ਕਿ ਬੱਚੇ ਫੋਨ ਤੇ ਲੱਗੇ ਨੇ, ਮਾਂ ਜਾਂ ਪਿਤਾ ਆਵਾਜ਼ਾਂ ਮਾਰੀ ਜਾ ਰਹੇ ਨੇ, ਉਹ ਬੋਦਰ ਹੀ ਨਹੀਂ ਕਰ ਰਹੇ। ਬੋਦਰ ਇਹ ਇਸ ਲਈ ਨਹੀਂ ਕਰ ਰਹੇ ਕਿ ਬਈ ਆਹ ਵਾਲੀ ਚੀਜ਼ ਦੇ ਵਿੱਚ ਬੜੇ ਬੋਦਰ, ਉਹ ਰਜਿਸਟਰ ਹੀ ਨਹੀਂ ਕਰ ਪਾ ਰਹੇ ਉਹਨਾਂ ਦੇ ਕੰਨ ਤੇ ਕਿ ਇੱਕ ਬਾਹਰੋਂ ਵੀ ਆਵਾਜ਼ ਆ ਰਹੀ ਹੈ। ਬਿਲਕੁਲ ਸੋ ਤੁਹਾਡਾ ਆਡਿਟਰੀ ਸਿਸਟਮ ਵੀ ਵੀਕ ਹੁੰਦਾ ਜਾ ਰਿਹਾ। ਤੁਸੀਂ ਅਗਰ ਆਪਾਂ ਇਹਨੂੰ ਕੰਪਲੀਟ ਕਰਨਾ ਸੋਚੇ, ਸੋ ਇਹ ਸਾਰੀਆਂ ਚੀਜ਼ਾਂ। ਥਰਡ ਚੀਜ਼, ਫੋਨ ਦੇ ਵਿੱਚ ਸਪੈਸ਼ਲੀ ਮੈਂ ਛੋਟੇ ਬੱਚਿਆਂ ਦੀ ਗੱਲ ਕਰਦਾ, ਜਿਹੜੇ ਕਾਰਟੂਨਸ ਦੇਖ ਰਹੇ ਨੇ, ਉਹ ਸ਼ਿਨਚੈਨ ਹੋ ਗਿਆ, ਨੋਬਿਤਾ ਹੋ ਗਿਆ, ਇਦਾਂ ਦੇ ਕਾਰਟੂਨਸ, ਇਹ ਬੜੇ ਹੀ ਐਗਰੈਸਿਵ ਕਾਰਟੂਨਸ ਨੇ। ਲੜਾਓ ਇਦਾਂ ਕਰਕੇ, ਉਹ ਰੇਜ਼ ਨਿਕਲੀ, ਰੋ ਰਹੇ ਨੇ, ਚੀਕਾਂ ਮਾਰ ਰਹੇ ਨੇ। ਸੋ ਇਦਾਂ ਦੇ ਫਿਰ ਉਹਨਾਂ ਦਾ ਉਹ ਬਿਹੇਵੀਅਰ ਸਿੱਖ ਜਾਂਦੇ ਨੇ। ਤੁਸੀਂ ਸਮਝ ਰਹੇ ਹੋ? ਸੋ ਉੱਥੇ ਸਾਰਾ ਸਾਈਕੋਲੋਜੀ ਦੇ ਉੱਤੇ, ਬੱਚੇ ਦੇ ਮਾਨਸਿਕ ਸਥਿਤੀ ਦੇ ਉੱਤੇ ਫਰਕ ਪੈ ਰਿਹਾ ਹੈ। ਸੋ ਤੁਹਾਨੂੰ ਹੁਣ ਆ ਗਈ ਗੱਲ, ਰੈਮੇਡੀ ਕੀ ਹੈ? ਰੈਮੇਡੀ ਇਹਦੀ ਸਭ ਨਾਲ ਇੱਕੋ ਇੱਕ ਰੈਮੇਡੀ ਹੈ ਜੀ, ਦੈਟ ਇਜ਼ ਮੋਨੀਟਰਿੰਗ। ਅੱਛਾ, ਕਿਉਂਕਿ ਦੋ ਗੱਲ ਕਰਦੇ। ਇੱਕ ਪਹਿਲੀ ਚੀਜ਼ ਤੇ ਸਪੈਸੀਫਿਕ ਏਜ ਤੱਕ ਇਹਨਾਂ ਨੂੰ ਆਣ ਹੀ ਨਾ ਦਿੱਤਾ ਜਾਵੇ ਇਹਦੇ ਨੇੜੇ। ਬਟ ਕਿਉਂਕਿ ਹੁਣ ਛੋਟੇ ਬੱਚੇ LKG ਨਰਸਰੀ ਦੀ ਵੀ ਆਨਲਾਈਨ ਕਲਾਸਿਸ ਹੋ ਗਈ ਹੈ, ਤੇ ਉੱਥੇ ਚਲੋ ਯੂਜ਼ਸ ਆ ਜਾਏਗਾ। ਬਟ ਉਸ ਤੋਂ ਇਲਾਵਾ ਨਾ ਦਿੱਤਾ ਜਾਵੇ ਇਹਨਾਂ ਨੂੰ ਕਿ ਬਈ ਮੈਂ ਦੇਖਦਾ ਇੱਦਾਂ, ਮੈਂ ਬਹੁਤ, ਔਰ ਮੈਨੂੰ ਬੜਾ ਤਕਲੀਫ ਹੁੰਦੀ ਹੈ ਕਿ ਇੱਕ ਕੀ ਕਹਿੰਦੇ ਉਹਨੂੰ, ਜਾਨ ਹੈ ਛੋਟੀ ਜਿਹੀ, ਔਰ ਉਹਦੇ ਹੱਥ 'ਚ ਮੋਬਾਈਲ ਫੜਿਆ ਔਰ ਨਾਲ ਦੁੱਧ ਦੀ ਬੋਤਲ ਲਾਈ ਹੈ। ਸੋ ਮੈਂ ਸੋਚ ਕੇ ਬੜੇ ਤਕਲੀਫ 'ਚ ਆਉਣਾ ਕਿ ਇਹਦਾ ਫਿਊਚਰ ਕਿੱਧਰ ਜਾਣਾ ਯਾਰ। ਠੀਕ ਹੈ ਨਾ? ਫਿਰ ਬਟ ਹੁਣ ਦੂਸਰੀ ਗੱਲ ਆਪਾਂ ਕਰਦੇ ਸੀਗੇ ਕਿ ਏਜ ਸਪੈਸੀਫਿਕ ਪਲੀਜ਼ ਤੁਸੀਂ ਧਿਆਨ ਰੱਖੋ। ਅਗਰ ਤੁਸੀਂ ਆਪਣੇ ਬੱਚੇ ਨੂੰ ਉਹ ਇਨਫੋਰਮੇਸ਼ਨ ਡਿਵਾਈਸ ਦੇ ਰਹੇ ਹੋ ਤਾਂ ਸਿਰਫ ਇਨਫੋਰਮੇਸ਼ਨ, ਸਕੂਲ ਇਨਫੋਰਮੇਸ਼ਨ ਲਈ ਹੀ ਦਿੱਤਾ ਜਾਵੇ। ਠੀਕ ਹੈ। ਦੂਸਰੀ ਮੈਂ ਮੋਨੀਟਰਿੰਗ ਇਹਦੇ ਉੱਤੇ ਅੱਜ ਕੱਲ੍ਹ ਡਿਵਾਈਸਿਸ ਦੇ ਵਿੱਚ ਸਾਰਿਆਂ ਨੂੰ ਹੀ ਪਤਾ ਹੈ ਕਾਫੀ ਸਾਰੀ ਚੀਜ਼ਾਂ ਆ ਗਈਆਂ। ਇੱਕ ਉਹਨੂੰ ਕਹਿੰਦੇ ਆ ਡਿਜੀਟਲ ਵੈਲਬੀਇੰਗ। ਉਹ ਕਿੰਨਾ, ਅਗਰ ਤੁਹਾਡਾ ਬੱਚੇ ਕੋ ਗੈਜਟ ਹੈਗਾ ਵੱਡਾ, ਤਾਂ ਉਹਦੇ ਉੱਤੇ ਮੋਨੀਟਰ ਰੱਖਿਆ ਜਾਵੇ। ਤੀਸਰਾ ਇਹਦੇ ਵਿੱਚ, ਅਗਰ ਉਹ ਡਿਜੀਟਲੀ ਲੈਸ ਹੈ ਤਾਂ ਆਪਾਂ ਨੂੰ ਵੀ ਲੈਸ ਹੋਣਾ ਪੈਣਾ। ਉਹਨੂੰ ਕਹਿੰਦੇ ਆ ਪੇਰੈਂਟਿੰਗ ਕੰਟਰੋਲਸ, ਕਿ ਕਿਹੜੀ ਚੀਜ਼ ਉਹ ਮੋਨੀਟਰ ਕਰ ਰਿਹਾ ਉਸ ਮੋਨੀਟਰ ਤੇ, ਉਸ ਡਿਵਾਈਸ ਤੇ। ਯੂ ਸ਼ੁੱਡ ਨੋ ਦੈਟ। ਜਿਹੜੀ ਆਪਾਂ ਗੱਲ ਕੀਤੀ ਕਿ ਗੇਮਸ ਦੇ ਥਰੂ ਡੈਥਸ ਹੋ ਰਹੀਆਂ, ਸੁਸਾਈਡਸ ਹੋ ਰਹੀਆਂ, ਠੀਕ ਹੈ। ਔਰ ਇੱਕ ਬਹੁਤ ਵੱਡਾ ਹੋਰ ਆਪਾਂ ਕਨਸੈਪਟ ਦੀ ਗੱਲ ਨਹੀਂ ਕੀਤੀ, ਇਹਨੂੰ ਕਿਹਾ ਜਾਂਦਾ ਸੋਸ਼ਲ ਮੀਡੀਆ ਬੁਲਿੰਗ। ਕਿ ਤੁਸੀਂ ਆਪਣੀ ਇੱਕ ਤਸਵੀਰ ਪਾਈ ਬੱਚੇ ਨੇ, ਉਹਦੇ ਉੱਤੇ ਥੱਲੇ ਕਮੈਂਟ ਸ਼ੁਰੂ ਹੋ ਜਾਣੇ ਆ ਬਹੁਤ ਸਾਰੇ। ਇਹਦੇ ਉੱਤੇ ਕਰਕੇ ਵੀ ਬੱਚੇ ਬਹੁਤ ਡਿਸਟਰਬ ਹੋ ਰਹੇ ਆ, ਨੈਗੇਟਿਵ ਕਮੈਂਟਸ ਆਉਣੇ ਸ਼ੁਰੂ ਹੋ ਜਾਂਦੇ, ਡਿਪਰੈਸ ਹੋਣੇ ਸ਼ੁਰੂ ਹੋ ਜਾਂਦੇ ਆ। ਹਾਂਜੀ। ਸੋ ਤੀਸਰੀ ਚੀਜ਼, ਦੋ ਚੀਜ਼ਾਂ ਹੋ ਗਈਆਂ। ਇੱਕ ਮੋਨੀਟਰਿੰਗ ਦੇ ਵਿੱਚ ਪਹਿਲੀ ਚੀਜ਼ ਆਪਾਂ ਬਹੁਤ ਖਿਆਲ ਰੱਖਣਾ ਹੈ ਟਾਈਮ। ਸੈਕਿੰਡ ਚੀਜ਼ ਰੱਖਣੀ ਹੈ ਕਿ ਕੀ ਉਹ ਚੀਜ਼ ਦੇਖ ਰਿਹਾ ਹੈ। ਥਰਡ, ਐਪ ਦੇ ਵਿੱਚ ਡਿਜੀਟਲ ਵੈਲਬੀਇੰਗ। ਔਰ ਚੌਥਾ ਚੀਜ਼ ਹੈਗੀ ਹੈ ਪੇਰੈਂਟਲ ਲੌਕ। ਇਹ ਚਾਰ ਚੀਜ਼ਾਂ ਅਗਰ ਆਪਾਂ ਕੰਟਰੋਲ 'ਚ ਰੱਖੀਏ, ਬਹੁਤ ਈਜ਼ੀ ਨੇ। ਤੁਸੀਂ YouTube ਤੇ ਸਰਚ ਮਾਰੋਗੇ ਤੁਹਾਨੂੰ ਲੱਭ ਜਾਣਾ ਹਾਊ ਟੂ ਕੰਟਰੋਲ ਯੋਰ ਚਾਈਲਡਸ ਫੋਨ। ਸੋ ਤੁਸੀਂ ਉਹਦੇ ਉੱਤੇ ਕੰਮ ਕਰ ਸਕਦੇ ਹੋ, ਪਰ ਅਵੋਇਡ ਕਰਨਾ ਇਸ ਵੇਲੇ ਨੂੰ ਬਹੁਤ ਮੁਸ਼ਕਿਲ ਹੈ, ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਸਾਰਾ ਇਹਦੇ ਉੱਤੇ ਡਿਪੈਂਡ ਕਰ ਦਿੱਤਾ ਗਿਆ ਹੈ। ਜੀ। ਔਰ ਇੱਕ ਮੈਂ ਥੋੜੀ ਜਿਹੀ ਹੋਰ ਇੱਥੇ ਥੋੜੇ ਜਿਹਾ ਇੱਕ ਮੈਂ ਚੀਜ਼ ਹੋਰ ਐਡ ਕਰੂੰਗਾ, ਮੈਨੂੰ ਯਾਦ ਆ ਗਈ ਤਾਂ ਮੈਂ ਕਹਿਣ ਲੱਗਾ। ਪਲੀਜ਼ ਪੇਰੈਂਟਸ ਜਿੰਨੇ ਵੀ ਇੱਥੇ ਮਾਤਾ ਪਿਤਾ ਹੈਗੇ ਨੇ, ਆਪਣੇ ਬੱਚਿਆਂ ਨੂੰ ਬਿਲਕੁਲ ਆਦਤ ਨਾ ਪਾਓ ਮੰਜਿਆਂ ਤੇ ਬਹਿ ਕੇ ਟੀਵੀ ਦੇਖਦੇ ਹੋਏ ਰੋਟੀ ਖਾਣ ਦੀ, ਕਿਉਂਕਿ ਉਹ ਸਿਰਫ ਢਿੱਡ ਭਰਨਾ ਹੋ ਰਿਹਾ, ਉਹਦੇ ਨਾਲ ਨਿਊਟ੍ਰੀਸ਼ਨ ਵੈਲਿਊ ਕੁਛ ਨਹੀਂ ਆ ਰਹੀ, ਕਿਉਂਕਿ ਧਿਆਨ ਪ੍ਰੋਸੈਸਿੰਗ ਸਾਰੀ ਟੀਵੀ ਵੱਲ ਹੈ। ਸੋ ਪਲੀਜ਼ ਇੱਕ ਆਹ ਚੀਜ਼ ਚੇਂਜ ਕਰੋ ਆਪਣੇ ਵਿੱਚ, ਤੇ ਆਪਾਂ ਵਧੀਆ ਚੱਲ ਸਕਦੇ ਹਾਂ। ਬਿਲਕੁਲ।
ਤੇ ਜਿਸ ਤਰ੍ਹਾਂ ਤੁਸੀਂ ਖਾਣ ਦੀ ਗੱਲ ਕੀਤੀ ਤੇ ਇਹੀ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਕਿ ਜਿਵੇਂ ਕਹਿੰਦੇ ਵੀ ਇਹ ਕਿ ਜੈਸਾ ਖਾਏ ਅੰਨ ਵੈਸਾ ਹੋਏ ਮਨ ਤਨ ਵੀ ਜੀ ਅੱਜ ਕੱਲ ਤਾਂ ਬਿਲਕੁਲ ਤੇ ਜੇ ਬੱਚਿਆਂ ਦੀ ਗੱਲ ਕਰੀਏ ਤੇ ਬੱਚਿਆਂ ਦਾ ਜਿਹੜਾ ਰੁਝਾਨ ਹੈ ਉਹ ਜੰਕ ਫੂਡ ਵੱਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਘਰੋਂ ਰੋਟੀ ਪਸੰਦ ਨਹੀਂ ਆਉਂਦੀ, ਬਾਹਰ ਦੇ 버ਗਰ ਪੀਜ਼ਾਸ ਜਾਂ ਫਿਰ ਕੋਲਡ ਡਰਿੰਕਸ ਉਹਦੇ ਵੱਲ ਜ਼ਿਆਦਾ ਰੁਝਾਨ ਹੈ, ਉਹ ਜ਼ਿਆਦਾ ਚੰਗੇ ਲੱਗਦੇ ਨੇ ਤੇ ਫਿਰ ਮਜਬੂਰੀ ਦੇ ਵਿੱਚ ਪੇਰੈਂਟਸ ਨੂੰ ਵੀ ਉਹ ਦੇਣੇ ਪੈਂਦੇ ਨੇ। ਤੇ ਇਹਦੇ ਵਿੱਚ ਅਸੀਂ ਕੁਝ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ ਜੀ। ਆਪਣੀ ਮਜਬੂਰੀ ਨੂੰ ਮਜਬੂਰੀ ਨਾ ਬਣਾਓ। ਪੇਰੈਂਟਸ ਨੂੰ ਤੁਸੀਂ ਆਪ ਸਵਾਲ 'ਚ ਜਵਾਬ ਦੇ ਦਿੱਤਾ। ਇਹਨੂੰ ਮਜਬੂਰੀ ਨਾ ਬਣਾਓ। ਦੇਖੋ ਜਿੱਥੇ ਸਟ੍ਰਿਕਟ ਹੋਣਾ ਉੱਥੇ ਹੋਣਾ ਵੀ ਪੈਣਾ। ਮੈਂ ਇਹ ਨਹੀਂ ਕਹਿਣਾ ਉਹਨਾਂ ਨੂੰ ਮਹਿਰੂਮ ਰੱਖੋ ਉਹਨਾਂ ਚੀਜ਼ਾਂ ਤੋਂ, ਜ਼ਰੂਰ ਉਹਨਾਂ ਨੂੰ ਬੱਚੇ ਨੂੰ ਐਕਸਪਲੋਰ ਕਰਾਓ, ਉਹਦਾ ਵਿਜ਼ਨ ਵਧਣਾ ਚਾਹੀਦਾ, ਉਹਨੂੰ ਪਤਾ ਲੱਗਣਾ ਚਾਹੀਦਾ ਦੁਨੀਆ ਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਖਾਣੇ ਨੇ, ਬਟ ਨਾਲੋਂ ਨਾਲ ਉਹਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ। ਹੁਣ ਫਿਰ ਉੱਥੇ ਗੱਲ ਉਹੀ ਆ ਗਈ ਕਿ ਸਾਡੀ ਪੇਸ਼ੈਂਸ ਰਨ ਆਊਟ ਕਰ ਚੁੱਕੀ ਹੈ। ਔਰ ਮੈਂ ਜਦੋਂ ਸਾਡੀ ਕਹਿੰਦਾ ਮੈਂ ਆਪਣੇ ਆਪ ਨੂੰ ਨਾਲ ਕਹਿੰਦਾ, ਮੈਂ ਵੀ ਤੁਹਾਡੇ ਨਾਲ ਦਾ ਹੀ ਹਾਂ। ਸੋ ਮੈਂ ਆਪਣੇ ਘਰ 'ਚ ਵੀ ਇਹ ਦੇਖਦਾ ਹਾਂ। ਸੋ ਸਾਡੀ ਪੇਸ਼ੈਂਸ ਰਨ ਆਊਟ ਕਰ ਗਈ ਆ। ਉਹ ਮਾੜਾ ਜਿਹਾ ਇਹ ਲਾਡ, ਓਵਰ ਲਾਡ ਇਹਨੂੰ ਕਹਿ ਲਓ, ਠੀਕ ਹੈ, ਕਿ ਮਾੜਾ ਜਿਹਾ ਅਗਰ ਮੈਂ ਸਟਰੋਂਗ ਹੋਣ ਦੀ ਕੋਸ਼ਿਸ਼ ਕਰਦਾ ਵੀ ਹਾਂ ਤਾਂ ਉੱਧਰੋਂ ਦਾਦੀ ਨੇ ਆ ਜਾਣਾ ਕਿ ਨਹੀਂ ਅੱਜ ਤਾਂ ਚੱਲਣ ਦੇ ਕੋਸ਼ਿਸ਼ ਕਰਨੀ। ਸੋ ਉਹ ਇਦਾਂ ਦੀਆਂ ਚੀਜ਼ਾਂ ਥੋੜਾ ਜਿਹਾ ਆਪਣੇ, ਕਿਉਂਕਿ ਉਹ ਲਾਡ ਤਾਂ ਹੈਗਾ ਹੀ ਹੈ, ਠੀਕ ਹੈ, ਬਟ ਉਹ ਲਾਡ ਉਹਦੇ ਫਿਊਚਰ ਲਈ ਠੀਕ ਨਹੀਂ ਹੈ। ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੌਸ਼ਟਿਕ ਆਹਾਰ ਬਿਲਕੁਲ ਖਤਮ ਹੁੰਦੇ ਜਾ ਰਹੇ ਨੇ। ਨਾ ਸਾਡੇ ਸਾਹ ਲੈਣ ਨੂੰ ਪੋਲਿਊਟਡ ਏਅਰ ਹੈ, ਪਾਣੀ ਪੀਂਦੇ ਆ ਉਹ ਫਰਟੀਲਾਈਜ਼ਰਸ ਹੈਗੇ ਨੇ, ਉਹਦੇ ਵਿੱਚ ਆਪਾਂ ਨੂੰ ਸਬਜ਼ੀਆਂ ਨੂੰ ਟੀਕੇ ਲੱਗੇ ਨੇ ਤੇ ਉੱਤੋਂ ਆਦਤਾਂ ਪੈ ਗਈਆਂ ਸਾਨੂੰ 버ਗਰ ਪੀਜ਼ੇ ਦੀਆਂ। ਮੈਂ ਨਹੀਂ ਕਹਿੰਦਾ ਕਿ ਇਹ ਮਾੜੀਆਂ ਚੀਜ਼ਾਂ ਨੇ, ਬਟ ਇਹ ਟ੍ਰੇਨ ਕਰਨਾ ਪੈਣਾ ਸਾਨੂੰ ਆਪਣੇ ਆਪ ਨੂੰ। ਫਿਰ ਸਾਰੀ ਗੱਲ ਇੱਥੇ ਆ ਜਾਂਦੀ ਆ ਕਿ ਆਪਾਂ ਸਮਾਰਟ ਪੇਰੈਂਟ ਸਿਰਫ ਗੈਜਟ 'ਚ ਸਮਾਰਟ ਨਾ ਬਣੀਏ, ਅਸੀਂ ਇੱਥੋਂ ਅਸਲ ਦੇ ਵਿੱਚ ਇੱਥੋਂ ਆਪਣੇ ਆਪ 'ਚ ਵੀ ਸਮਾਰਟ ਬਣੀਏ, ਕਿਉਂਕਿ ਜਿਹੜਾ ਬੱਚਾ ਹੁਣ ਪੈਦਾ ਹੋ ਰਿਹਾ ਉਹ ਹੁਣ ਦੇ ਯੁੱਗ ਦਾ। ਬਿਲਕੁਲ ਸਹੀ, ਬਿਲਕੁਲ। ਸੋ ਥੋੜਾ ਜਿਹਾ ਤੁਹਾਨੂੰ ਫਿਊਚਰ ਨੂੰ ਦੇਖਦੇ ਹੋਏ ਉਸ ਬੱਚੇ ਦੇ ਆਪਣਾ ਥਾਟ ਪ੍ਰੋਸੈਸ ਚਲਾਉਣਾ ਪੈਣਾ। ਔਰ ਜਿੱਥੇ ਤੁਹਾਨੂੰ ਥੋੜਾ ਜਿਹਾ ਸਖਤ ਹੋਣ ਦੀ ਲੋੜ ਹੈ ਤੁਸੀਂ ਉਹ ਵੀ ਹੋ, ਔਰ ਥੋੜਾ ਜਿਹਾ ਕਮਿਊਨੀਕੇਸ਼ਨ ਰੱਖੋ। ਬਿਲਕੁਲ ਇਹ ਵੀ ਬਹੁਤ ਗਲਤ ਆਪਾਂ ਕਈ ਵਾਰ ਹੋ ਜਾਂਦੇ ਆ ਕਿ ਉਹਨੇ ਇੱਦਾਂ ਕਿਹਾ ਤਾਂ ਨੋ, ਨਹੀਂ ਇਹ ਵੀ ਨਹੀਂ ਕਿ ਵਾਈ ਨੋ, ਕਿਉਂਕਿ ਆ ਜਿਹੜੀ ਜਨਰੇਸ਼ਨ ਨੇ ਵਾਈ ਕਰਦੀ ਹੈ ਕੁਐਸਚਨ ਬਹੁਤ ਜ਼ਿਆਦਾ। ਸੋ ਉਹਦੇ ਵਿੱਚ ਜ਼ਰੂਰ ਦੱਸਣਾ ਹੈ ਵਾਈ ਨੋ ਜੀ। ਬਿਲਕੁਲ ਤੁਸੀਂ ਠੀਕ ਕਿਹਾ। ਤੇ ਇੱਕ ਚੀਜ਼ ਜਿਹੜੀ ਮੈਂ ਮਹਿਸੂਸ ਕਰਦੀ ਹਾਂ, ਸ਼ਾਇਦ ਤੁਸੀਂ ਵੀ ਇਹ ਕਰਦੇ ਹੋਵੋਗੇ, ਜੇ ਕੰਪੈਰੀਜ਼ਨ ਕਰੀਏ ਪਹਿਲੇ ਦੇ ਟਾਈਮ ਦਾ ਤੇ ਹੁਣ ਦੇ ਟਾਈਮ ਦਾ, ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਪ੍ਰਾਈਵੇਸੀ ਮੰਗਦੇ ਨੇ, ਹੈ ਨਾ। ਸਾਨੂੰ ਪ੍ਰਾਈਵੇਸੀ ਚਾਹੀਦੀ ਹੈ ਹਰ ਸਟੇਜ ਦੇ ਵਿੱਚ। ਈਵਨ ਕਿ 8-10 ਸਾਲ ਦੇ ਬੱਚੇ ਵੀ ਕਹਿਣਗੇ ਕਿ ਸਾਨੂੰ ਟੋਕਣਾ ਨਹੀਂ ਹੈ, ਸਾਨੂੰ ਆਪਣਾ ਵੱਖਰਾ ਕਮਰਾ ਚਾਹੀਦਾ ਹੈ, ਸਾਨੂੰ ਉੱਥੇ ਵੱਖਰਾ ਆਪਣਾ ਟੀਵੀ ਚਾਹੀਦਾ ਹੈ, ਜਾਂ ਹੋਰ ਵੀ ਜੋ ਵੀ ਪਰਸਨਲ ਚੀਜ਼ ਸਾਨੂੰ ਪਰਸਨਲ ਚਾਹੀਦੀਆਂ ਨੇ, ਸਾਨੂੰ ਪ੍ਰਾਈਵੇਸੀ ਚਾਹੀਦੀ ਹੈ। ਕੀ ਇਹ ਜਿਹੜਾ ਕਨਸੈਪਟ ਹੈ ਪ੍ਰਾਈਵੇਸੀ ਵਾਲਾ, ਇਹ ਬੱਚਿਆਂ ਨੂੰ ਫਾਇਦਾ ਦੇ ਰਿਹਾ ਜਾਂ ਨੁਕਸਾਨ ਦੇ ਰਿਹਾ? ਮੈਮ ਪਹਿਲੇ ਆਪਾਂ ਗੱਲ ਕਰ ਲੈਂਦੇ ਕਿ ਇਹ ਕਨਸੈਪਟ ਆ ਕਿੱਥੋਂ ਰਿਹਾ ਆ। ਇਹ ਆ ਰਿਹਾ ਓਵਰ ਐਕਸਪੋਜ਼ਰ ਤੋਂ। ਸਭ ਨਾਲ ਪਹਿਲੀ ਚੀਜ਼ ਆਪਾਂ ਇਹ ਸਮਝੀਏ ਜੀ ਕਿ ਇਹ ਕਿਉਂ ਆਪਾਂ ਕਹਿੰਦੇ ਹਾਂ ਕਿ ਇਸ ਬਹੁਤ ਆਪਾਂ ਗੱਲ ਕਰਦੇ ਆ, ਇਹ ਚੀਜ਼ ਆਮ ਹੀ ਹਰ ਪੇਰੈਂਟ ਨੇ ਕੀਤੀ ਹੋਊਗੀ ਕਿ ਇਸ ਟਾਈਮ 'ਚ ਮੈਨੂੰ ਤਾਂ ਗੱਲਾਂ ਦਾ ਪਤਾ ਵੀ ਨਹੀਂ ਜਿਹੜੀਆਂ ਇਹ ਕਰੀ ਜਾਂਦਾ ਹਰ ਜਨਰੇਸ਼ਨ 'ਚ ਗੱਲ ਹੁੰਦੀ ਹੈ। ਸ਼ਾਇਦ ਸਾਡੇ ਮਾਤਾ ਪਿਤਾ ਨੇ ਸਾਡੇ ਬਾਰੇ ਵੀ ਕਿਹਾ ਹੋਵੇ। ਹੁਣ ਇਹ ਪ੍ਰੋਬਲਮ ਕਿਉਂ ਆ ਰਹੀ ਹੈ? ਕਿਉਂਕਿ ਓਵਰ ਐਕਸਪੋਜ਼ਡ ਨੇ ਬੱਚੇ। ਫਿਰ ਗੱਲ ਉੱਥੇ ਹੀ ਆ ਰਹੀ ਹੈ ਡਿਜੀਟਲਾਈਜੇਸ਼ਨ ਹੋਣਾ, ਬੂਮ ਔਰ ਬੈਨ। ਸੋ ਓਵਰ ਐਕਸਪੋਜ਼ਡ ਨੇ। ਸਾਡੇ ਟਾਈਮ ਤੇ ਕੀ ਪ੍ਰਾਈਵੇਸੀ ਹੁੰਦੀ ਸੀਗੀ? ਇੱਕੋ ਕਮਰੇ 'ਚ ਸਾਰੇ ਮੰਜੇ ਢਾਹ ਕੇ ਪਏ ਹੋਏ ਦਾ, ਇੱਕੋ ਫਰਾਟਾ ਪੱਖਾ ਲਗਾਇਆ, ਰਾਤ ਨੂੰ ਆਉਣ ਨੂੰ ਤੁਰ ਜਾਂਦਾ, ਫਿਰ ਫੜ ਖਿੱਚ ਕੇ ਪਿੱਛੇ ਨੂੰ ਲੈ ਆਈਦਾ ਸੀਗਾ। ਸੋ ਉਦੋਂ ਇਹ ਕਨਸੈਪਟਸ ਨਹੀਂ ਸੀਗੇ, ਬਟ ਇਹ ਕਨਸੈਪਟ ਆਇਆ ਕਿੱਥੋਂ? ਬਿਕੋਜ਼ ਐਕਸਪੋਜ਼ਰ ਹੋ ਗਿਆ। ਤੁਸੀਂ ਸਮਝ ਰਹੇ ਹੋ? ਹੁਣ ਅਗਰ ਗੱਲ ਕਰੋ ਐਜ਼ ਅ ਰਾਈਟ, ਇਫ ਹੀ ਇਜ਼ ਆਸਕਿੰਗ ਫॉर ਹਿਸ ਪ੍ਰਾਈਵੇਸੀ ਔਰ ਪ੍ਰਾਈਵੇਸੀ, ਕਿਤੇ ਨਾ ਕਿਤੇ ਉਹ ਗੱਲ ਠੀਕ ਲੱਗਦੀ ਆ, ਬਟ ਕੀ ਉਹ ਕੇਪੇਬਲ ਹੈ ਉਸ ਪ੍ਰਾਈਵੇਸੀ ਨੂੰ ਹੈਂਡਲ ਕਰਨ ਦਾ? ਹੁਣ ਸੈਕਿੰਡ ਸਵਾਲ ਇਹ ਆ ਜਾਂਦਾ, ਅਗਰ ਉਹ ਰਿਸਪੌਂਸਿਬਲ ਇਨਫ ਹੈਗਾ ਆ, ਠੀਕ ਹੈ, ਅਗਰ ਉਹ ਕੇਪੇਬਲ ਇਨਫ ਹੈਗਾ ਆ, ਤੁਹਾਡਾ ਐਜ਼ ਅ ਪੇਰੈਂਟ ਉਹਦੇ ਉੱਤੇ ਉਹ ਵਿਸ਼ਵਾਸ ਹੈਗਾ ਆ, ਅੰਧ ਵਿਸ਼ਵਾਸ ਨਹੀਂ, ਮੈਂ ਵਿਸ਼ਵਾਸ ਦੀ ਗੱਲ ਕਰ ਰਿਹਾ, ਦੋਨੋਂ ਚੀਜ਼ਾਂ ਬੜਾ ਫਰਕ ਆ। ਵਿਸ਼ਵਾਸ ਹੈਗਾ ਆ ਤੇ ਇਟ ਇਜ਼ ਨਥਿੰਗ ਰੋਂਗ ਆਲਸੋ ਟੂ ਗਿਵ ਹਿਮ ਹਿਸ ਪ੍ਰਾਈਵੇਸੀ, ਰਾਈਟ। ਮੈਂ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਸਮਝਦਾ, ਕਿਉਂਕਿ ਸਮੇਂ ਦੇ ਹਿਸਾਬ ਨਾਲ ਇਵੋਲਵ ਹੋਣਾ ਚਾਹੀਦਾ ਪੇਰੈਂਟ ਨੂੰ ਵੀ। ਬਟ ਅਗੇਨ ਉਹਦੇ ਵਿੱਚ ਗੱਲ ਇਹੀ ਆ ਜਾਂਦੀ ਕਿ ਕੀ ਉਹ ਇੰਨਾ ਸક્ષਮ ਹੈਗਾ, ਕੀ ਉਹ ਇੰਨਾ ਸਮਝਦਾਰ ਹੈਗਾ, ਕੀ ਉਹ ਇੰਨਾ ਮੈਚਿਓਰਡ ਹੈਗਾ ਕਿ ਉਹਨੂੰ ਹੈਂਡਲ ਕਰ ਸਕੇ। ਸੋ ਇੱਥੇ ਮੈਮ ਇਹ ਗੱਲ ਹੈ, ਇਹ ਗੱਲ ਜਿਹੜੀ ਹੈ ਉਹ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਤੇ ਇੱਥੇ ਇੱਕ ਅਹਿਮ ਗੱਲ ਮੈਂ ਇਹ ਵੀ ਕਰੂੰਗੀ ਰੋਲ ਮਾਡਲਸ ਦੀ।
ਹੈ ਨਾ। ਅੱਜ ਕੱਲ੍ਹ ਦੇ ਬੱਚਿਆਂ ਦੇ ਰੋਲ ਮਾਡਲਸ ਬਦਲ ਚੁੱਕੇ ਨੇ ਜੋ ਕਿ ਉਹਨਾਂ ਦੀ ਚਾਈਲਡ ਸਾਈਕੋਲੋਜੀ ਤੇ ਅਸਰ ਪਾ ਰਹੇ ਨੇ। ਬਾਲੀਵੁੱਡ ਹੀਰੋਜ਼, ਬਾਲੀਵੁੱਡ ਹੀਰੋਜ਼, ਪੰਜਾਬੀ ਸਿੰਗਰਸ, ਇਹ ਹੁਣ ਰੋਲ ਮਾਡਲਸ ਨੇ ਜੋ ਰੀਲ ਲਾਈਫ ਦੇ ਵਿੱਚ ਨਜ਼ਰ ਆ ਰਿਹਾ, ਉਹ ਉਸ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉੱਦਾਂ ਦੀ ਜ਼ਿੰਦਗੀ ਉਹ ਚਾਹੁੰਦੇ ਨੇ। ਬਿਲਕੁਲ ਮੈਮ, ਦੇਖिए ਇਹ ਹਮੇਸ਼ਾ ਹੀ ਇਹ ਚੀਜ਼ਾਂ ਇਵੋਲਵ ਹੁੰਦੀਆਂ ਆਈਆਂ ਨੇ ਆਪਣੀ, ਬਟ ਇਹ ਜਿਹੜੇ ਜਿਨ੍ਹਾਂ ਰੋਲ ਮਾਡਲਸ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਸਾਡੇ ਵੀ ਸੀਗੇ। ਸਾਡੇ ਟਾਈਮ ਤੇ ਧਰਮ ਭਾਜੀ ਸੀਗੇ, ਹੁਣ ਮੇ ਵੀ ਰਣਬੀਰ ਕਪੂਰ, ਸਲਮਾਨ ਖਾਨ ਜਾਂ ਐਨੀਬਡੀ XYZ ਹੋਣਗੇ ਉਹ ਲੇਕਿਨ ਇਹ ਰੋਲ ਮਾਡਲਸ ਨਹੀਂ ਹੁੰਦੇ। ਇਹਨਾਂ ਨੂੰ ਕੀ ਕਰਦੇ ਹਾਂ ਅਸੀਂ, ਇਮੀਟੇਟ ਕਰਦੇ ਹਾਂ। ਇਮੀਟੇਟ ਯਾਨੀ ਕਿ ਉਹਦੇ ਵਰਗਾ ਪਹਿਨਾਵਾ, ਬਾਲਾਂ ਦੇ ਸਟਾਈਲ। ਬਟ ਜਿਹੜਾ ਅਸਲੀ ਰੋਲ ਮਾਡਲ ਹੈ, ਇਹਨੂੰ ਕਹਿੰਦੇ ਆ ਪ੍ਰੀ ਸਾਈਕੋਲੋਜਿਸਟ ਸਟੇਟ, ਰਾਈਟ, ਔਰ ਸਬਕੌਂਸ਼ੀਅਸ ਮਾਈਂਡ। ਉਹ ਹਮੇਸ਼ਾ ਹੀ ਰੋਲ ਮਾਡਲ ਤੁਹਾਡਾ ਪੇਰੈਂਟ ਰਹਿੰਦਾ ਆ, ਉਹਨੂੰ ਤੁਸੀਂ ਮੰਨਦੇ ਨਹੀਂ, ਐਕਸੈਪਟ ਨਹੀਂ ਕਰਦੇ, ਬਟ ਇੰਟਰਨਲੀ ਇਫੈਕਟ ਹੈਮਰ ਹਮੇਸ਼ਾ ਉਹੀ ਚੀਜ਼ ਕਰਦੀ ਹੈ, ਕਿਉਂਕਿ ਤੁਸੀਂ ਉਹ ਦੇਖ ਰਹੇ ਹੋ ਜ਼ਿਆਦਾ ਤੋਂ ਜ਼ਿਆਦਾ ਟਾਈਮ ਤੁਸੀਂ ਉਸ ਮਾਹੌਲ ਦੇ ਵਿੱਚ ਹੋ। ਹੁਣ ਗੱਲ ਆ ਗਈ ਕਿ ਰੋਲ ਮਾਡਲ ਕਿੱਦਾਂ ਦਾ ਤੁਸੀਂ ਹੋਣਾ ਚਾਹੀਦਾ। ਇਹ ਹੁਣ ਫਿਰ ਰਿਸਪੌਂਸਿਬਿਲਿਟੀ ਸਾਡੇ ਮੋਢਿਆਂ ਤੇ ਆ ਜਾਂਦੀ ਹੈ। ਹੁਣ ਜੇ ਮੈਂ ਘਰ 'ਚ ਬੈਠਾ ਆ, ਠੀਕ ਹੈ, ਤੇ ਮੈਂ ਅਗਰ ਲੈਂਗੁਏਜ ਸਹੀ ਨਹੀਂ ਯੂਜ਼ ਕਰ ਰਿਹਾ ਤੇ ਹੀ ਉਹਦੇ ਲਈ ਇਟ ਇਜ਼ ਨੋਰਮਲ ਕਿ ਬਈ ਮੇਰਾ ਫਾਦਰ, ਕਿਉਂਕਿ ਰੋਲ ਮਾਡਲ ਘਰ ਦੇ ਵਿੱਚ ਸਭ ਨਾਲ ਉੱਚੀ ਪੋਜੀਸ਼ਨ ਪਿਓ ਹੁੰਦਾ ਆ, ਇੱਦਾਂ ਬਣਾਇਆ ਗਿਆ ਆ। ਸੋ ਬਈ ਇਹ ਗੱਲ ਠੀਕ ਹੈ, ਇੱਦਾਂ ਇਹ ਕਰ ਸਕਦੇ ਆ ਤੇ ਇਹਦਾ ਮਤਲਬ ਠੀਕ ਹੀ ਹੋਣਾ, ਹੀਲ ਪਿਕ ਇਟ ਅਪ। ਉਹੀ ਕਿਸੇ ਘਰ 'ਚ ਇਹ ਚੀਜ਼ ਨੂੰ ਅਗਰ ਕੋਈ ਬੋਲ ਵੀ ਗਿਆ, ਸਾਰਿਆਂ ਲਈ ਬੜੀ ਹਵਾ ਵਾਲੀ ਚੀਜ਼ ਹੋ ਜਾਂਦੀ ਹੈ। ਸੋ ਇਹਦਾ ਮਤਲਬ ਕਿ ਨਹੀਂ ਬਈ ਦਿਸ ਇਜ਼ ਨਾਟ ਐਕਸੈਪਟੇਬਲ ਸੋਸ਼ਲੀ, ਰਾਈਟ। ਇੱਦਾਂ ਹੀ ਅਗਰ ਪੇਰੈਂਟ, ਮਦਰ, ਫਾਦਰ ਆਪਸ 'ਚ ਕਨਵਰਸੇਸ਼ਨ ਕਰ ਰਹੇ ਆ ਜਾਂ ਲੜ ਰਹੇ ਆ ਜਾਂ ਕੋਈ ਵੀ ਗੱਲ ਕਰ ਰਹੇ ਆ ਔਰ ਇੱਕ ਦੂਜੇ ਨੂੰ ਰਿਸਪੈਕਟ ਨਹੀਂ ਦੇ ਰਹੇ, ਤਾਂ ਉਹਨਾਂ ਨੇ ਉੱਦਾਂ ਵੱਡਾ ਹੋਣਾ, ਉਹਨੇ ਅੱਗੇ ਜਾ ਕੇ ਫਿਰ ਆਪਣੇ ਪਾਰਟਨਰ ਨਾਲ ਉੱਦਾਂ ਕਰਨਾ ਜਦੋਂ ਉਹਦਾ ਕੱਲ ਨੂੰ ਵਿਆਹ ਹੋਣਾ, ਠੀਕ ਹੈ, ਕਿਉਂਕਿ ਉਹਦੇ ਲਈ ਉਹ ਚੀਜ਼ ਰਾਈਟ ਸੀਗੀ, ਕਿਉਂਕਿ ਉਹਨੇ ਉੱਦਾਂ ਦੇਖਿਆ। ਕਿਉਂਕਿ ਸਲਮਾਨ ਖਾਨ ਨੂੰ, ਰਣਵੀਰ ਸਿੰਘ ਨੂੰ, ਦੀਪਿਕਾ ਪਾਡੂਕੋਨ ਉਹਨਾਂ ਨੇ ਨਹੀਂ ਦੇਖਿਆ, ਉਹਨੇ ਇੱਦਾਂ। ਸੋ ਮੈਂ ਰੋਲ ਮਾਡਲ ਦੀ ਗੱਲ ਕਰ ਰਿਹਾ। ਰੋਲ ਮਾਡਲ ਹਮੇਸ਼ਾ ਹੀ ਮਾਤਾ ਪਿਤਾ, ਦਾਦਾ ਦਾਦੀ, ਇਹੀ ਜਿਹੜਾ ਤੁਹਾਡੇ ਕਲੋਜ਼ ਪ੍ਰੋਕਸਿਮਿਟੀ 'ਚ ਹੁੰਦੇ ਨੇ, ਇਹੀ ਰਹਿੰਦੇ ਨੇ। ਸੋ ਹੁਣ ਫਿਰ ਉੱਥੇ ਜ਼ਿੰਮੇਵਾਰੀ ਸਾਡੀ ਆ ਜਾਂਦੀ ਹੈ। ਅਸੀਂ ਸੋਚਦੇ ਨਹੀਂ, ਕਿਉਂਕਿ ਆਪਾਂ ਸੋਚਦੇ ਹਾਂ ਕਿ ਇਹ ਬਨਾਵਟੀ ਲੱਗੂਗਾ, ਬਟ ਕਰਨਾ ਪੈਣਾ। ਕਿਉਂਕਿ ਜਿਹੜੀ ਸਾਇੰਸ, ਮੈਂ ਨਹੀਂ ਕਹਿੰਦਾ, ਸਾਇੰਸ ਕਹਿੰਦੀ ਆ ਜਿਹੜਾ ਬੱਚੇ ਦਾ ਬ੍ਰੇਨ ਆ ਉਹ 13 ਇਅਰਸ ਤੱਕ ਡਿਵੈਲਪ ਹੁੰਦਾ, ਉਸ ਤੋਂ ਬਾਅਦ ਉਹ ਡਿਵੈਲਪ ਹੋਣਾ ਬੰਦ ਹੋ ਜਾਂਦਾ। ਸੋ 13 ਸਾਲ ਤੱਕ ਤੁਸੀਂ ਬਹੁਤ ਕੌਸ਼ੀਅਸ ਰਹਿਣਾ ਆਪਣੇ ਐਕਸ਼ਨਸ ਨੂੰ ਲੈ ਕੇ। ਅਗਰ ਤੁਸੀਂ ਇੱਕ ਅੱਛਾ ਪ੍ਰੋਡਕਟ ਪੈਦਾ ਕਰਨਾ ਚਾਹੁੰਦੇ ਹੋ ਜਿਹੜਾ ਕਿ ਸਕਸੈਸਫੁਲ ਹੋ ਜਾਏ ਮਾਰਕੀਟ ਦੇ ਵਿੱਚ, ਇੱਕ ਪ੍ਰੋਡਕਟ ਦੀ ਗੱਲ ਕਰ ਰਹੇ ਹਾਂ, ਪ੍ਰੋਡਕਟ ਹੀ ਹੁੰਦੇ ਬੱਚੇ ਵੀ, ਤਾਂ ਸਕਸੈਸਫੁਲ ਹੋ ਜਾਏ ਮਾਰਕੀਟ ਦੇ ਵਿੱਚ, ਉਹਦੀ ਕੀਮਤ ਵਧੀਆ ਹੋਵੇ, ਯਾਨੀ ਕਿ ਸ਼ੋਹਰਤ ਹੋਵੇ, ਉਹਦਾ ਤੁਹਾਡਾ ਨਾਲ ਉਹਦੇ ਨਾਲ ਜੁੜਿਆ ਹੋਵੇ, ਉਹ ਤੁਹਾਨੂੰ ਅੱਗੇ ਲੈ ਕੇ ਜਾ ਸਕੇ। ਸੋ ਅਗਰ ਉਹ ਤੁਸੀਂ ਕਰਨਾ ਤਾਂ ਤੁਹਾਨੂੰ ਨਾ ਫਿਰ ਉਹ ਮਿਹਨਤ ਮਾਰਨੀ ਪੈਣੀ ਹੈ। ਬਹੁਤ ਜ਼ਰੂਰੀ ਹੈ ਜੇ ਆਪਣੇ ਐਕਸ਼ਨਸ ਤੇ ਚੈੱਕ ਰੱਖਣਾ ਪੈਣਾ ਹੈ। ਜੀ ਰੋਹਨ ਦੱਤਾ ਜੀ, ਤੁਸੀਂ ਪੰਜਾਬ 1 TV ਦੇ ਸਟੂਡੀਓ ਦੇ ਵਿੱਚ ਆਏ, ਤੁਸੀਂ ਬਹੁਤ ਹੀ ਵਧੀਆ ਗੱਲਾਂ ਦੱਸੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮੱਚ, ਐਂਡ ਥੈਂਕ ਯੂ ਤੁਹਾਡੇ ਸਾਰੇ ਕਰੂ ਦਾ ਵੀ ਜਿਹੜੇ ਬੜੇ ਪੇਸ਼ੈਂਸ ਹੋ ਕੇ ਸੁਣਦੇ ਰਹੇ, ਤੇ ਤੁਹਾਡੇ ਸਰੋਤਿਆਂ ਦਾ ਵੀ। ਔਰ ਅਗਰ ਕਿਸੇ ਨੂੰ ਵੀ ਕੋਈ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਇਸ ਦੇ ਨੂੰ ਲੈ ਕੇ, ਤੁਸੀਂ ਮੈਨੂੰ ਟੈਲੀਫੋਨ ਤੇ ਕਦੇ ਵੀ ਕੰਟੈਕਟ ਕਰ ਸਕਦੇ ਹੋ, ਯੂ ਵਿਲ ਬੀ ਹੈਲਪ ਫ੍ਰੀ। ਆਪਾਂ ਆਪਣੀ ਨੇਸ਼ਨ ਨੂੰ, ਮੇਰੇ ਮੈਂਟਰ ਨੇ ਉਹ ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਜਿਹੜੀ ਸਾਡੀ ਪ੍ਰਾਪਰਟੀ ਹੈ ਨਾ, ਮੈਂ ਸੌਰੀ ਥੋੜ੍ਹਾ ਜਿਹਾ ਟਾਈਮ ਲੈ ਰਿਹਾ, ਜਿਹੜੀ ਸਾਡੀ ਪ੍ਰਾਪਰਟੀ ਆ ਉਹ ਇਹ ਕੰਧਾਂ, ਮਕਾਨ, ਦੁਕਾਨ, ਕਾਰਾਂ ਨਹੀਂ ਆ, ਉਹ ਸਾਡੇ ਬੱਚੇ ਨੇ, ਬਿਲਕੁਲ ਸਹੀ ਗੱਲ ਹੈ। ਸੋ ਕਦੀ ਵੀ ਆਪਣੀ ਪ੍ਰਾਪਰਟੀ ਨੂੰ ਲੈ ਕੇ, ਯਾਨੀ ਕਿ ਬੱਚਿਆਂ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਆਈ ਵਿਲ ਬੀ ਰੀਅਲੀ ਹੈਪੀ ਟੂ ਹੈਲਪ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।